ਪਿਆਰੇ ਬੱਚੋ, ਵਾਤਾਵਰਣ ਸਿੱਖਿਆ ਦੇ ਅੱਜ ਦੇ ਲੈਕਚਰ ਦੇ ਲਈ ਮੇਰੇ ਚੈਨਲ ਬਾਇਓ ਹੈਲਥ ਅਕੈਡਮੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੀ ਆਪਣੀ ਮੈਮ ਕਿਰਨ ਬਾਲਾ ਸ਼ਰਮਾ। ਅਸੀਂ ਬੱਚੋ ਹੁਣ ਤੱਕ ਜਿਹੜੇ 3 ਲੈਕਚਰਸ ਜਿਹੜੇ ਇਸ ਚੈਪਟਰ ਦੇ ਅਧਿਆਇ ਨੰਬਰ 4 ਦੇ ਕਰ ਚੁੱਕੇ ਹਾਂ ਔਰ ਉਸ ਦੇ ਵਿੱਚ ਅਗਰ ਅਸੀਂ ਪਿੱਛੇ ਦੇਖੀਏ ਤਾਂ ਆਪਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਜਿਹੜਾ ਵਾਤਾਵਰਣੀ ਪ੍ਰਬੰਧਨ ਦਾ ਐਥੀਕਲ ਐਸਪੈਕਟ ਸੁਹਜ ਪੱਖੋਂ ਪਹਿਲੂ ਜਿਹੜਾ ਉਹ ਪੜ੍ਹਿਆ ਵੀ ਸਾਡੀਆਂ ਮੋਰਲ ਰਿਸਪੌਂਸਿਬਿਲਿਟੀਜ਼ ਕੀ ਹੈ। ਆਰਥਿਕ ਪਹਿਲੂ ਅਸੀਂ ਪੜ੍ਹਿਆ ਕਿ ਅਸੀਂ ਅਗਰ ਇਕਨੋਮਿਕ ਗਰੋਥ ਕਰਨੀ ਹੈ ਤਾਂ ਫਿਰ ਸਾਨੂੰ ਵਾਤਾਵਰਣ ਨੂੰ ਨਾਲ ਟਿਕਾਊ ਵਿਕਾਸ ਕਰਨ ਦੇ ਲਈ ਲੈ ਕੇ ਚੱਲਣਾ ਪਏਗਾ। ਇਹਦੇ ਅਸੀਂ ਵੱਖ-ਵੱਖ ਪਹਿਲੂ ਜਿਹੜੇ ਉਹ ਪੜ੍ਹੇ, ਜਿਹਦੇ ਵਿੱਚ ਆਪਾਂ ਕੁਆਂਟਿਟੀ ਐਂਡ ਕੁਆਲਿਟੀ ਵੀ ਕੁਆਲਿਟੀ ਹੋਣੀ ਚਾਹੀਦੀ ਹੈ ਸਾਡੇ ਜੀਵਨ ਪੱਧਰ ਦੀ, ਠੀਕ ਹੈ। ਸੋ ਮਨੁੱਖੀ ਧਨ, ਆਰਥਿਕ ਵਿਅਰਥਤਾ ਜਿਹੜੀ ਹੈ, ਇਕਨੋਮਿਕ ਵੇਸਟ ਜਿਹੜਾ ਉਹਨੂੰ ਘਟਾਉਣਾ, ਵਾਤਾਵਰਣ ਨੂੰ ਜੋੜਨਾ, ਸੰਸਾਰ ਦੇ ਮਾਣਕ, ਤਕਨੀਕੀ ਪਹਿਲੂ, ਇਹਦੇ 'ਚ ਅਸੀਂ ਬਹੁਤ ਸਾਰੇ ਉਦੇਸ਼ ਪੜ੍ਹੇ ਸੀ। ਤੁਹਾਡਾ ਪਿੱਛੇ NCERT ਦਾ ਕੁਐਸਚਨ ਵੀ ਹੈਗਾ ਇਹ ਬੱਚੋ। ਅਤੇ ਇਸ ਦਾ ਜਿਹੜਾ ਬੇਟੇ ਲਾਸਟ ਪੁਆਇੰਟ ਸਾਡਾ ਇੱਕ ਰਹਿ ਗਿਆ ਸੀਗਾ ਤਾਂ ਉਹ ਹੈਗਾ ਸਮਾਜਿਕ ਪਹਿਲੂ, ਠੀਕ ਹੈ। ਉਹ ਆਪਾਂ ਹੁਣ ਇਹਦੇ 'ਚ ਪੜ੍ਹਾਂਗੇ ਔਰ ਇੱਕ ਹੋਰ ਤੁਹਾਡਾ ਛੋਟਾ ਜਿਹਾ ਜਿਹੜਾ ਇਹਦਾ ਪਹਿਲੂ ਰਹਿੰਦਾ ਹੈ। ਤਾਂ ਬਸ ਅੱਜ ਦਾ ਜਿਹੜਾ ਸਾਡਾ ਇਹ ਲੈਕਚਰ ਇਹਦੇ 'ਚ ਚੈਪਟਰ ਖਤਮ ਹੋ ਜਾਏਗਾ। ਤਾਂ ਸਭ ਤੋਂ ਪਹਿਲਾਂ ਹੁਣ ਦੇਖਦੇ ਹਾਂ ਆਪਾਂ ਸਮਾਜਿਕ ਪਹਿਲੂ ਜਿਹੜਾ ਇਕਨੋਮਿਕ ਗਰੋਥ ਦੇ ਲਈ ਸੀਗਾ ਉਹ ਕੀ ਸੀਗਾ। ਕਿ ਸਾਡਾ ਜਿਹੜਾ ਦੇਖੋ ਵਾਤਾਵਰਣ ਹੈ, ਜਦੋਂ ਤੁਸੀਂ ਕੁਦਰਤੀ ਵਾਤਾਵਰਣ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਜ਼ਮੀਨ, ਹਵਾ, ਪਾਣੀ, ਠੀਕ ਹੈ। ਸੋ ਇਹ ਚੀਜ਼ਾਂ ਆਉਂਦੀਆਂ ਤਾਂ ਇਸ ਦੇ ਨਾਲ ਜਿਹੜਾ ਸਾਡੇ ਦਿਮਾਗ ਦੇ ਵਿੱਚ ਪੌਦੇ, ਹਰੇ ਭਰੇ ਜੰਗਲ, ਤਾਂ ਸੋ ਦਿਮਾਗ ਦੇ ਵਿੱਚ ਆਉਂਦੇ ਹੈ। ਉਹਦੇ ਵਿੱਚ ਪਸ਼ੂ ਪਕਸ਼ੀ ਆਉਂਦੇ ਹੈ, ਮਨੁੱਖ ਵੀ ਆਉਂਦਾ ਹੈ, ਠੀਕ ਹੈ। ਅਤੇ ਜਦੋਂ ਵੀ ਅਸੀਂ ਕੁਦਰਤੀ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਚੀਜ਼ਾਂ ਆਉਂਦੀਆਂ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਇਸ ਕੁਦਰਤੀ ਵਾਤਾਵਰਣ ਨੂੰ ਸਜੀਵਾਂ ਤੋਂ ਅਲੱਗ ਕਰਕੇ ਨਹੀਂ ਦੇਖ ਸਕਦੇ, ਠੀਕ ਹੈ ਨਾ। ਤਾਂ ਸਜੀਵ ਜਿਹੜੇ ਆ ਜਿੰਨੇ ਵੀ, ਉਹ ਵੀ ਨਿਰਜੀਵ ਚੀਜ਼ਾਂ ਦੇ ਨਾਲ ਨਾਲ ਉਹਦਾ ਇੱਕ ਅਟੁੱਟ ਅੰਗ ਹੈ। ਤਾਂ ਇਸ ਲਈ ਅਸੀਂ ਇਸ ਕੁਦਰਤੀ ਵਾਤਾਵਰਣ ਨੂੰ ਫਿਰ ਇਕੱਲਾ ਕੁਦਰਤੀ ਵਾਤਾਵਰਣ ਨਾ ਕਹਿ ਕੇ ਅਸੀਂ ਇਹਨੂੰ ਕੀ ਕਹਿੰਦੇ ਹਾਂ, ਪਰਿਸਥਿਤਿਕ ਪ੍ਰਬੰਧ, ਠੀਕ ਹੈ, ਜਿਹਨੂੰ ਅਸੀਂ ਹੋਰ ਕੀ ਨਾਮ ਦਿੰਦੇ ਹਾਂ, ਇਕੋਸਿਸਟਮ, ਠੀਕ ਹੈ। ਸੋ ਇਹਨੂੰ ਇਕੋਸਿਸਟਮ ਕਿਹਾ ਜਾਂਦਾ ਹੈ, ਇਕੋਸਿਸਟਮ, ਰਾਈਟ। ਇਹ ਵਰਡ ਤੁਸੀਂ ਜ਼ਰੂਰ ਸੁਣਿਆ ਹੋਇਆ ਹੋਣਾ ਕਿਤੇ ਨਾ ਕਿਤੇ, ਤਾਂ ਇਕੋਸਿਸਟਮ, ਠੀਕ ਹੈ। ਸੋ ਜਾਂ ਅਸੀਂ ਇਹਨੂੰ ਬਾਇਓਸਫੀਅਰ ਵੀ ਕਹਿ ਦਿੰਦੇ ਹਾਂ, ਠੀਕ ਹੈ। ਬਾਇਓਸਫੀਅਰ ਅਤੇ ਇਕੋਸਿਸਟਮ 'ਚ ਕੁਝ ਫਰਕ ਨਹੀਂ ਹੁੰਦਾ। ਇਕੋਸਿਸਟਮ ਥੋੜ੍ਹਾ ਇੱਕ ਲਿਮਿਟਡ ਏਰੀਏ ਦੇ ਉਹਨੂੰ ਕਹਿੰਦੇ ਹਾਂ, ਜਿੱਦਾਂ ਇੱਕ ਪੌਂਡ ਵੀ ਇਕੋਸਿਸਟਮ ਹੋ ਸਕਦਾ, ਇੱਕ ਖੇਤ ਵੀ ਇਕੋਸਿਸਟਮ ਹੋ ਸਕਦਾ। ਪਰ ਜਦੋਂ ਅਸੀਂ ਉਹ ਪੂਰੇ ਵਰਲਡ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਇੱਕ ਵੱਡਾ ਇਕੋਸਿਸਟਮ ਜਿਹੜਾ ਬਣ ਜਾਂਦਾ, ਉਹਨੂੰ ਅਸੀਂ ਬਾਇਓਸਫੀਅਰ ਕਹਿੰਦੇ ਹਾਂ, ਠੀਕ ਹੈ। ਤਾਂ ਇਹਦਾ ਮਤਲਬ ਪਰਿਸਥਿਤਿਕ ਪ੍ਰਬੰਧ, ਮਤਲਬ ਮਨੁੱਖ ਉਹਦਾ ਇੱਕ ਅਟੁੱਟ ਹਿੱਸਾ ਹੈ ਕੁਦਰਤੀ ਵਾਤਾਵਰਣ ਦਾ, ਠੀਕ ਹੈ। ਤਾਂ ਇਹ ਜਿਹੜਾ ਸਮਾਜਿਕ ਪਹਿਲੂ ਹੋ ਗਿਆ। ਇਹਦਾ ਮਤਲਬ ਵਾਤਾਵਰਣ ਦੀਆਂ ਜੋ ਵੀ ਸਾਡੀਆਂ ਉਹਦੇ ਨਾਲ ਕਿਰਿਆਵਾਂ ਹੋਣਗੀਆਂ, ਅਸੀਂ ਇੱਕ ਦੂਜੇ ਦੇ ਨਾਲ ਲੈਣ ਦੇਣ ਦੇ ਨਾਲ ਜੁੜੇ ਹੋਏ ਹਾਂ। ਅਸੀਂ ਕੁਛ ਚੀਜ਼ਾਂ ਜਿਹੜੀਆਂ ਉਹਦੇ ਤੋਂ ਵਾਤਾਵਰਣ ਤੋਂ ਲੈਂਦੇ ਹਾਂ ਔਰ ਕੁਛ ਚੀਜ਼ਾਂ ਜਿਹੜੀਆਂ ਉਹਨੂੰ ਅਸੀਂ ਦਿੰਦੇ ਹਾਂ। ਇਹ ਲਗਾਤਾਰ ਜਿਹੜਾ ਇੱਕ ਸਾਡਾ ਰੈਸੀਪ੍ਰੋਕਲ ਰਿਲੇਸ਼ਨਸ਼ਿਪ ਹੈ ਉਹਦੇ ਨਾਲ ਵਾਤਾਵਰਣ ਦੇ ਨਾਲ ਬਣਿਆ ਹੋਇਆ। ਅਤੇ ਜੇ ਇਹ ਇਕੁਲਿਬਰੀਅਮ 'ਚ ਰਹੇ, ਮਤਲਬ ਇੱਕ ਸੰਤੁਲਿਤ ਉਹਦੇ 'ਚ ਰਹੇ, ਤਾਂ ਫਿਰ ਸਾਡਾ ਵਾਤਾਵਰਣ ਵੀ ਟਿਕਾਊ ਵਿਕਾਸ ਹੁੰਦਾ ਔਰ ਸਾਡਾ ਆਪਣਾ ਵੀ ਜਿਹੜਾ ਉਹ ਇਕਨੋਮਿਕ ਗਰੋਥ ਹੋਏਗੀ। ਅਸੀਂ ਇੰਡਸਟਰੀਲਾਈਜੇਸ਼ਨ ਵੀ ਕਰ ਪਾਵਾਂਗੇ, ਆਪਾਂ ਸ਼ਹਿਰੀਕਰਨ ਵੀ ਕਰ ਪਾਵਾਂਗੇ, ਆਪਾਂ ਡੈਮ ਵੀ ਬਣਾ ਪਾਵਾਂਗੇ, ਆਪਾਂ ਸਭ ਕੁਝ ਕਰ ਪਾਵਾਂਗੇ, ਠੀਕ ਹੈ। ਔਰ ਸਾਡੇ ਸੱਭਿਆਚਾਰਕ, ਸਾਡੇ ਧਰਮ, ਸਾਡੇ ਰਹਿਣ ਸਹਿਣ ਦੇ ਤਰੀਕੇ, ਉਹਨਾਂ ਸਾਰਿਆਂ ਦੀ ਗਰੋਥ ਹੋਏਗੀ, ਮਤਲਬ ਵਧੀਆ ਉਹ ਚੱਲੇਗਾ। ਸਭ ਕੁਛ ਜਿਹੜਾ ਉਹ ਮੇਨਟੇਨ ਰਹਿਣਗੇ, ਸਸਟੇਨੇਬਲ ਰਹਿਣਗੇ, ਟਿਕਾਊ ਰਹਿਣਗੇ ਔਰ ਨਾਲ ਹੀ ਸਾਡਾ ਵਾਤਾਵਰਣ ਵੀ ਟਿਕਾਊ ਬਣਿਆ ਰਹੇਗਾ, ਠੀਕ ਹੈ। ਪਰ ਇਹ ਕਿ ਜਿੱਥੇ ਇਹ ਬੈਲੈਂਸ ਵਿਗੜਿਆ, ਮਤਲਬ ਕਿ ਅਸੀਂ ਲੈਣਾ ਤਾਂ ਜ਼ਿਆਦਾ ਸ਼ੁਰੂ ਕਰ ਦਿੱਤਾ ਪਰ ਅਸੀਂ ਦੇ ਨਹੀਂ ਰਹੇ ਹਾਂ, ਤਾਂ ਫਿਰ ਜਿਹੜਾ ਇਹ ਸੰਤੁਲਨ ਵਿਗੜ ਜਾਂਦਾ ਔਰ ਸਾਡਾ ਵਾਤਾਵਰਣ ਜਿਹੜਾ ਉਹਦੇ 'ਚ ਵਿਗਾੜ ਜਦੋਂ ਆਏਗਾ ਤਾਂ ਸਾਨੂੰ ਹੀ ਨੁਕਸਾਨ ਉਹਦਾ ਉਠਾਉਣਾ ਪੈਂਦਾ, ਸਾਨੂੰ ਨੁਕਸਾਨ ਹੋਏਗਾ। ਅਸੀਂ ਆਕਸੀਜਨ ਲੈਂਦੇ ਹਾਂ ਵਾਤਾਵਰਣ ਤੋਂ, ਕਾਰਬਨ ਡਾਈਆਕਸਾਈਡ ਦਿੰਦੇ ਹਾਂ ਅਸੀਂ, ਤਾਂ ਇਹ ਇੱਕ ਬੈਲੈਂਸ ਹੈ, ਠੀਕ ਹੈ ਨਾ। ਹੁਣ ਜੇ ਅਸੀਂ ਕਾਰਬਨ ਡਾਈਆਕਸਾਈਡ ਜ਼ਿਆਦਾ ਦਈਏ, ਆਕਸੀਜਨ ਜਿਹੜੀ ਹੈ ਉਹ ਕਾਰਬਨ ਡਾਈਆਕਸਾਈਡ ਪੌਦੇ ਲੈਂਦੇ ਆ ਆਪਣੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਦੇ ਲਈ, ਤਾਂ ਅਸੀਂ ਪਰ ਜਾਨਵਰ ਜਿੰਨੇ ਵੀ ਆ ਉਹ ਕਾਰਬਨ ਡਾਈਆਕਸਾਈਡ ਛੱਡਦੇ ਆ। ਪਰ ਇੰਨਾ ਹੀ ਨਹੀਂ ਹੈ, ਜਿਹੜੇ ਸਾਡੇ ਵਹੀਕਲ ਹੈ, ਠੀਕ ਹੈ, ਸੋ ਉਹਨਾਂ ਤੋਂ ਵੀ ਕਾਰਬਨ ਡਾਈਆਕਸਾਈਡ ਨਿਕਲਦੀ ਹੈ, ਇੰਡਸਟਰੀਜ਼ ਤੋਂ ਵੀ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਜੇ ਹੁਣ ਇਹ ਜ਼ਿਆਦਾ ਹੋ ਜਾਏ ਸਾਡੇ ਵਾਤਾਵਰਣ ਦੇ ਵਿੱਚ, ਤਾਂ ਜਿਹੜੀ 0.03% ਕਾਰਬਨ ਡਾਈਆਕਸਾਈਡ ਹੋਣੀ ਚਾਹੀਦੀ ਸੀਗੀ, ਤਾਂ ਉਹਦੇ ਤੋਂ ਵੱਧ ਜਾਏ, ਅਗਰ 1% ਹੋ ਜਾਏ, 0.03% ਤੋਂ 1%, ਬਹੁਤ ਵੱਡਾ ਉਛਾਲ ਹੈ ਅਗਰ ਹੋ ਜਾਏ, ਤਾਂ ਫਿਰ ਸਾਡੇ ਗ੍ਰੀਨ ਹਾਊਸ ਪ੍ਰਭਾਵ ਆਪਾਂ ਪੜ੍ਹਿਆ ਸੀਗਾ ਕੱਲ੍ਹ ਥੋੜ੍ਹਾ ਜਿਹਾ, ਤਾਂ ਉਹ ਹੋਏਗਾ। ਫਿਰ ਹਰਾ ਗ੍ਰਹਿ ਪ੍ਰਭਾਵ ਜਿਹਨੂੰ ਅਸੀਂ ਕਹਿੰਦੇ ਹਾਂ, ਸਾਡਾ ਵਾਤਾਵਰਣ ਗਰਮ ਹੋ ਜਾਏਗਾ, ਗਲੇਸ਼ੀਅਰਸ ਪਿਘਲ ਜਾਣਗੇ, ਸਾਰਾ ਤੁਹਾਨੂੰ ਪਤਾ ਹੈ। ਤੇ ਇਸ ਤਰ੍ਹਾਂ ਸੰਤੁਲਨ ਜਿਹੜਾ ਉਹ ਬਣਿਆ ਰਹਿਣਾ ਚਾਹੀਦਾ। ਤਾਂ ਇਹ ਹੈ ਸਾਡਾ ਜਿਹੜਾ ਸਮਾਜਿਕ ਜਿਹੜਾ ਪਹਿਲੂ ਹੈ, ਠੀਕ ਹੈ। ਸੋ ਉਹਦੇ ਉਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਤ ਜ਼ਰੂਰੀ ਹੈ।
ਤਾਂ ਬਹੁਤ ਸਾਰੇ ਕੁਦਰਤੀ ਜਿਹੜੇ ਸਾਡੇ ਵਾਤਾਵਰਣ ਜਿਹੜੇ ਹੈ ਮਨੁੱਖ ਅਤੇ ਕੁਦਰਤ ਵਿਚਾਲੇ ਹੋਣ ਵਾਲੀਆਂ ਅੰਤਰ ਕਿਰਿਆਵਾਂ ਦੀ ਉਪਜ ਹੈ। ਇਸ ਕਰਕੇ ਸ਼ਬਦ ਜਿਹੜਾ ਪ੍ਰਸਥਿਤਿਕ ਪ੍ਰਬੰਧ ਦੀ ਵਰਤੋਂ ਜਿਹੜੀ ਆ ਆਪਾਂ ਵਾਤਾਵਰਣ ਨੂੰ ਦੇ ਲਈ ਚ ਕਰਦੇ ਹਾਂ। ਇਹ ਮੈਂ ਤੁਹਾਨੂੰ ਸਮਝਾਤਾ ਸਾਰਾ। ਉਸ ਤੋਂ ਬਾਅਦ ਅਸੀਂ ਪਹੁੰਚੇ ਹੁਣ ਸਮਾਜਿਕ ਤੌਰ ਦੇ ਉੱਤੇ ਵਾਤਾਵਰਣ ਪ੍ਰਬੰਧਨ ਦੇ ਟੀਚੇ। ਠੀਕ ਹੈ, ਹੁਣ ਆਪਾਂ ਇਹ ਸਮਾਜਿਕ ਤੀਸਰੇ ਉਹਦੇ ਤੇ ਪਹੁੰਚ ਗਏ। ਇਕਨੋਮਿਕ ਗਰੋਥ ਤੋਂ ਬਾਅਦ ਸਮਾਜਿਕ ਤੌਰ ਦੇ ਉੱਤੇ ਵਾਤਾਵਰਣ ਪ੍ਰਬੰਧਨ ਜਿਹੜਾ ਉਹ ਕਿੱਦਾਂ ਹੋ ਸਕਦਾ, ਉਹਦੇ ਕੀ ਟੀਚੇ ਹਨ। ਇਹਦੇ ਵਿੱਚ ਬਹੁਤ ਸਾਰੇ ਟੀਚੇ ਹੈ। ਸਭ ਤੋਂ ਪਹਿਲਾਂ ਹੈਗਾ ਵਿਭਿੰਨਤਾ ਦੀ ਸਾਂਭ ਸੰਭਾਲ। ਠੀਕ ਹੈ, ਉਹ ਕੀ ਹੈ ਵਿਭਿੰਨਤਾ ਦੀ ਸਾਂਭ ਸੰਭਾਲ? ਦੈਟ ਇਜ਼, ਦੇਖੋ ਜਦੋਂ ਵਿਭਿੰਨਤਾ ਦਾ ਨਾਮ ਆਉਂਦਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕਦਮ ਆਉਂਦਾ ਜੈਵਿਕ ਵਿਭਿੰਨਤਾ, ਹੈ ਨਾ। ਜੈਵਿਕ ਵਿਭਿੰਨਤਾ ਕਿਹਨੂੰ ਕਹਿੰਦੇ ਆਪਾਂ? ਸਪੀਸ਼ੀਜ਼ ਜਿਹੜੀਆਂ ਸਾਡੀਆਂ ਪ੍ਰਜਾਤੀਆਂ, ਜਿਹੜੀਆਂ ਜਾਤੀਆਂ ਪ੍ਰਜਾਤੀਆਂ, ਉਹਨਾਂ ਦੀ ਸਾਂਭ ਸੰਭਾਲ ਕਰਨਾ, ਉਹਨਾਂ ਨੂੰ ਬਣਾਈ ਰੱਖਣਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ 1.7 ਮਿਲੀਅਨ ਸਪੀਸ਼ੀਜ਼ ਹੈਗੀਆਂ ਇਸ ਪਲੈਨਟ ਦੇ ਉੱਤੇ, ਜਿਹੜੀਆਂ ਕਿ ਅਸੀਂ ਖੋਜ ਚੁੱਕੇ ਹਾਂ, ਔਰ ਬਹੁਤ ਸਾਰੀਆਂ ਹਜੇ ਵੀ ਖੋਜਣੀਆਂ ਬਾਕੀ ਹੈ। ਔਰ ਇਹ ਕਿਹਾ ਜਾਂਦਾ ਐਸਟੀਮੇਟਡ ਕਿ 50 ਮਿਲੀਅਨ ਸਪੀਸ਼ੀਜ਼ ਦੇ ਕਰੀਬ ਇਸ ਪਲੈਨਟ ਦੇ ਉੱਤੇ ਹੈਗੀਆਂ। ਤਾਂ ਅਸੀਂ ਸੋਚੋ ਕਿ ਹਜੇ 1.7 ਮਿਲੀਅਨ, ਜੇ ਮੈਂ ਰਾਊਂਡ ਫਿਗਰ ਵੀ ਬਣਾਵਾਂ ਤਾਂ 2 ਮਿਲੀਅਨ ਸਪੀਸ਼ੀਜ਼ ਦੀ ਸਿਰਫ ਅਸੀਂ ਖੋਜੀਆਂ ਹਜੇ ਬਾਕੀ ਖੋਜਣੀਆਂ ਬਾਕੀ ਹੈ। ਪਰ ਇਹ ਹੈ ਜੈਵਿਕ ਵਿਭਿੰਨਤਾ। ਅਸੀਂ ਇੱਥੇ ਉਹਦੇ ਬਾਰੇ ਗੱਲ ਵੀ ਕਰ ਰਹੇ ਹਾਂ, ਪਰ ਬਾਕੀ ਹੋਰ ਵੀ ਕੁਝ ਵਿਭਿੰਨਤਾਵਾਂ ਹੈਗੀਆਂ ਜਿਹੜੀਆਂ ਸਾਡੇ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ ਬਹੁਤ ਮਦਦ ਕਰ ਸਕਦੀਆਂ। ਤਾਂ ਉਹ ਕੀ ਹੈ? ਉਹ ਹੈ ਸਾਡਾ ਕੁਝ ਸੱਭਿਆਚਾਰਕ, ਠੀਕ ਹੈ, ਸੋ ਜਿਹੜੇ ਸੱਭਿਆਚਾਰ ਹੈ, ਭਾਸ਼ਾਵਾਂ ਹੈ ਸਾਡੀਆਂ, ਧਰਮ, ਰਹਿਣ ਸਹਿਣ ਦੀ ਵਿਭਿੰਨਤਾ। ਠੀਕ ਹੈ, ਸੋ ਇਹ ਜਿਹੜੇ ਆ ਬਹੁਤ ਜ਼ਰੂਰੀ ਹੈ ਸਾਡੇ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ, ਉਹਦਾ ਟਿਕਾਊ ਵਿਕਾਸ ਕਰਨ ਦੇ ਲਈ। ਕਿਵੇਂ? ਤੁਸੀਂ ਸੋਚੋਗੇ ਕਿ ਧਰਮ ਕਿਵੇਂ ਕਰ ਸਕਦਾ, ਰਹਿਣ ਸਹਿਣ ਦੀ ਵਿਭਿੰਨਤਾ ਜਿਹੜੀ ਉਹ ਕਿਵੇਂ ਸਾਡੇ ਵਾਤਾਵਰਣ ਦੇ ਵਿੱਚ ਸਹਾਈ ਹੋ ਸਕਦੀ ਹੈ, ਭਾਸ਼ਾਵਾਂ ਕਿਵੇਂ ਹੋ ਸਕਦੀਆਂ। ਸੋ ਲੈਟਸ ਸੀ, ਠੀਕ ਹੈ, ਕਿਵੇਂ ਹੋ ਸਕਦੀ। ਦੇਖੋ ਇਹ 'ਚ ਆਪਾਂ ਕੁਝ ਉਦਾਹਰਨਾਂ ਕਰਦੇ ਹਾਂ। ਸੋ ਜਿਵੇਂ ਦੇਖੋ ਹਿੰਦੂਇਜ਼ਮ ਹੈ, ਮੰਨ ਲਓ ਹਿੰਦੂਆਂ ਦਾ ਆਪਾਂ ਉਦਾਹਰਨ ਲੈਂਦੇ। ਹਿੰਦੂਇਜ਼ਮ ਜਿਹੜਾ ਉਹਦੇ ਵਿੱਚ ਇੱਕ ਗ੍ਰੰਥ ਹੈ, ਉਹਦਾ ਨਾਮ ਹੈ ਵਿਸ਼ਨੂੰ ਸਮਹਿਤਾ। ਠੀਕ ਹੈ, ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ ਵਿਸ਼ਨੂੰ ਸਮਹਿਤਾ। ਉਹਦੇ ਵਿੱਚ ਡਾਇਰੈਕਟ ਇਹ ਕਿਹਾ ਗਿਆ ਹੈ ਕਿ ਹਰ ਵਿਅਕਤੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਜੈਵਿਕ ਵਿਭਿੰਨਤਾ, ਮਤਲਬ ਵਾਤਾਵਰਣ ਦੀ ਜਿਹੜੀ ਵਿਭਿੰਨਤਾ, ਉਹਨੂੰ ਬਣਾ ਕੇ ਰੱਖੇ ਆਪਣੇ ਸਰਵਾਈਵਲ ਦੇ ਲਈ, ਕਿ ਜੇ ਉਹਨੇ ਇਸ ਧਰਤੀ ਉੱਤੇ ਜਿੰਦਾ ਰਹਿਣਾ ਹੈ। ਤਾਂ ਇੱਦਾਂ ਹੀ ਅਗਰ ਅਸੀਂ ਬਾਕੀ ਗ੍ਰੰਥਾਂ ਦੀ ਵੀ ਹੋਰ ਗੱਲ ਕਰੀਏ, ਸਾਡੇ ਜਿਹੜੇ ਬਾਕੀ ਜਿਹੜੇ ਹੈ ਧਰਮਾਂ ਦੇ, ਤਾਂ ਉਹਨਾਂ ਦੇ ਵਿੱਚ ਵੀ ਹਰ ਧਰਮ ਜਿਹੜਾ ਉਹ ਸਾਨੂੰ ਆਪਣੇ ਵਾਤਾਵਰਣ ਦੇ ਨਾਲ ਤਾਲਮੇਲ ਬਣਾਉਣ ਦੇ ਲਈ ਕਹਿੰਦਾ ਹੈ। ਠੀਕ ਹੈ, ਤਾਂ ਇਸੇ ਤਰ੍ਹਾਂ ਹੁਣ ਸਾਡੀ ਰਹਿਣ ਸਹਿਣ ਦੀ ਵਿਭਿੰਨਤਾ। ਦੇਖੋ ਹਰ ਇੱਕ ਜਿਹੜਾ ਵਿਅਕਤੀ ਹੈ ਉਹਦਾ ਰਹਿਣ ਸਹਿਣ ਦਾ ਜਿਹੜਾ ਢੰਗ ਹੈ ਉਹ ਅਲੱਗ ਹੈ ਨਾ। ਕੋਈ ਵਿਅਕਤੀ ਜਿਹੜਾ ਉਹ ਪੀਪਲ ਦੀ ਪੂਜਾ ਕਰਦਾ ਹੈ, ਕੋਈ ਜਿਹੜਾ ਉਹ ਬੋਹੜ ਦੀ ਪੂਜਾ ਕਰਦਾ ਹੈ, ਕੋਈ ਜਿਹੜਾ ਕਿਸੇ ਜਾਨਵਰ ਦੀ ਪੂਜਾ ਕਰਦਾ ਹੈ। ਤਾਂ ਸਮਝ ਲਓ ਕਿ ਜਿਹਦੀ ਅਸੀਂ ਪੂਜਾ ਕਰ ਰਹੇ ਹਾਂ, ਦੈਟ ਮੀਨਸ ਉਹ ਹੁਣ ਲੁਪਤ ਨਹੀਂ ਹੋਏਗਾ। ਉਹਦੀ ਅਸੀਂ ਪੂਜਾ ਕਰ ਰਹੇ ਹਾਂ, ਉਹ ਇਸ ਧਰਤੀ ਤੋਂ ਲੁਪਤ ਨਹੀਂ ਹੋ ਸਕਦਾ। ਤਾਂ ਸ਼ਾਇਦ ਸਾਡੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਸਿਆਣੇ ਸੀਗੇ, ਉਹਨਾਂ ਨੇ ਜਦੋਂ ਇਹ ਦੇਖਿਆ ਵੀ ਕੁਝ ਪੌਦਿਆਂ ਨੂੰ ਜਾਂ ਜੀਵ ਜੰਤੂਆਂ ਨੂੰ ਨੁਕਸਾਨ ਹੋ ਰਿਹਾ, ਤਾਂ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਪੂਜਣ ਦਾ। ਸੋ ਜਿਹਦੇ ਨਾਲ ਉਹਨਾਂ ਦੀ ਜਿਹੜੀ ਪੌਦਿਆਂ ਦੀ ਜਿਹੜੀ ਹੋਂਦ ਹੈ ਉਹ ਬਣੀ ਰਹੀ, ਅੱਜ ਦਿਨ ਤੱਕ ਵੀ ਉਹ ਬਣੀ ਰਹੀ ਸਾਡੇ। ਤੇ ਹੋਰ ਵੀ ਸਾਡੇ ਜਿਹੜੇ ਰਹਿਣ ਸਹਿਣ ਦੀ ਜਿਹੜੀ ਵਿਭਿੰਨਤਾ ਦੇ ਤਰੀਕੇ ਹੈ ਉਹ ਸਾਨੂੰ ਕੰਜ਼ਰਵ ਕਰਨ ਦੇ ਵਿੱਚ ਮਦਦ ਕਰਦੇ ਆ। ਦੇਖੋ ਹੁਣ ਤੁਸੀਂ ਇੱਕ ਬੜਾ ਸੁਣਿਆ ਸੀਗਾ ਕਿ ਜਿਹੜੇ ਜੋਧਪੁਰ ਦੇ ਵਿੱਚ ਇੱਕ ਬਿਸ਼ਨੋਈ ਕਮਿਊਨਿਟੀ ਜਿਹੜੀ ਹੈ ਨਾ, ਉਹ ਬਲੈਕ ਬਕਸ, ਜਿਹੜੇ ਕਾਲੇ ਹਿਰਨ ਹੈ, ਉਹਨਾਂ ਨੂੰ ਪਾਲਦੇ ਆ, ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਆ। ਤਾਂ ਤੁਸੀਂ ਸੁਣਿਆ ਸੀਗਾ ਜਦੋਂ ਇੱਕ ਮੂਵੀ ਦੀ ਕੋਈ ਸ਼ੂਟਿੰਗ ਹੋਈ ਸੀ, ਤਾਂ ਉਦੋਂ ਸਲਮਾਨ ਖਾਨ ਜਾਂ ਉਹਨਾਂ ਦੇ ਨਾਲ ਹੋਰ ਜਿਹੜੇ ਕੁਛ ਸੀਗੇ ਐਕਟਰ ਐਕਟਰਸਿਸ, ਤਾਂ ਉਹਨਾਂ ਨੇ ਉਹਦਾ ਸ਼ਿਕਾਰ ਕੀਤਾ। ਇਹ ਕਿਹਾ ਜਾਂਦਾ ਤਾਂ ਵੀ ਆਪਾਂ ਖਬਰਾਂ 'ਚ ਸੁਣਿਆ ਸੀਗਾ, ਤਾਂ ਵੀ ਇਹ ਸ਼ਿਕਾਰ ਕੀਤਾ। ਤੇ ਇਸ ਲਈ ਫਿਰ ਉਹਨਾਂ ਨੂੰ ਜਿਹੜੀ ਜਦੋਂ ਕਿ ਉਹਨਾਂ ਨੇ ਕੇਸ ਕੀਤਾ ਬਿਸ਼ਨੋਈ ਕਮਿਊਨਿਟੀ ਨੇ ਕਿ ਵੀ ਅਸੀਂ ਤਾਂ ਇਹਨਾਂ ਨੂੰ ਆਪਣੇ ਬੱਚੇ ਸਮਝਦੇ ਹਾਂ, ਔਰ ਤੁਸੀਂ ਇਹਨੂੰ ਮਾਰਿਆ ਕਿਵੇਂ। ਠੀਕ ਹੈ, ਸੋ ਤਾਂ ਫਿਰ ਉਹ ਜੇਲ੍ਹ ਹੋਈ ਸੀਗੀ ਇੱਕ ਦੋ ਐਕਟਰ ਐਕਟਰਸਿਸ ਨੂੰ। ਤਾਂ ਇਹ ਚੀਜ਼ ਜਿਹੜੀ ਆ ਉਹ ਰਹਿਣ ਸਹਿਣ ਦਾ ਸਾਡਾ ਤਰੀਕਾ ਹੈ, ਜਿਹਦੇ ਨਾਲ ਅਸੀਂ ਵਾਤਾਵਰਣ ਦੀ ਵਿਭਿੰਨਤਾ ਨੂੰ ਵੀ ਸਾਡੀ ਰਹਿਣ ਸਹਿਣ ਦੀ ਵਿਭਿੰਨਤਾ ਸਾਡੇ ਵਾਤਾਵਰਣ ਦੀ ਵਿਭਿੰਨਤਾ ਨੂੰ ਬਣਾਈ ਰੱਖਦੀ ਹੈ। ਸੋ ਸੱਭਿਆਚਾਰ, ਸਾਡੀਆਂ ਭਾਸ਼ਾਵਾਂ। ਠੀਕ ਹੈ, ਹੁਣ ਇਹਦੇ 'ਚ ਭਾਸ਼ਾਵਾਂ ਦੇ ਵਿੱਚ ਦੇਖੋ ਸੰਸਕ੍ਰਿਤ ਹੈ ਨਾ, ਸਾਡੇ ਜਿਹੜੇ ਪੁਰਾਣੇ ਗ੍ਰੰਥ ਹੈ ਜਿੰਨੇ ਵੀ, ਸੋ ਜਿਨ੍ਹਾਂ ਦੇ ਵਿੱਚ ਸਾਨੂੰ ਪੌਦਿਆਂ ਦੇ ਬਾਰੇ, ਬਹੁਤ ਸਾਰੀਆਂ ਦਵਾਈਆਂ ਦੇ ਬਾਰੇ, ਆਯੁਰਵੇਦ ਜਿੱਦਾਂ, ਤੇ ਇਹਨਾਂ ਦੇ ਵਿੱਚ ਦੇ ਬਾਰੇ ਸਾਨੂੰ ਦੱਸਿਆ। ਹੁਣ ਅਸੀਂ ਕਿੰਨੇ ਕੁ ਲੋਕ ਹਾਂ ਜਿਹੜੇ ਸੰਸਕ੍ਰਿਤ ਜਾਣਦੇ ਹਾਂ। ਸਾਡੀਆਂ ਭਾਸ਼ਾਵਾਂ ਜਿਹੜੀਆਂ ਇੱਦਾਂ ਦੀਆਂ ਖਤਮ ਹੋ ਗਈਆਂ, ਇਹਨਾਂ ਨੂੰ ਸਰਕਾਰਾਂ ਨੇ ਅੱਗੇ ਤੋਰਿਆ ਨਹੀਂ, ਇਹਨਾਂ ਨੂੰ ਪੜ੍ਹਾਇਆ ਨਹੀਂ ਬੱਚਿਆਂ ਨੂੰ। ਤਾਂ ਹੁਣ ਸਾਡੇ ਵਿੱਚੋਂ ਕੋਈ ਵੀ ਜਿਹੜਾ ਜਦ ਸੰਸਕ੍ਰਿਤ ਨਹੀਂ ਜਾਣਦੇ, ਤਾਂ ਅਸੀਂ ਆਪਣੇ ਇਹਨਾਂ ਗ੍ਰੰਥਾਂ ਨੂੰ ਨਹੀਂ ਪੜ੍ਹ ਸਕਦੇ। ਔਰ ਉਹਨਾਂ ਦੇ ਵਿੱਚ ਜਿਹੜੀਆਂ ਜਿੰਨੀ ਵੀ ਸਾਡੇ ਵਾਤਾਵਰਣ ਦੇ ਪ੍ਰਤੀ ਸਾਨੂੰ ਸੁਚੇਤ ਕਰਨ ਦੇ ਲਈ ਗੱਲਾਂ ਲਿਖੀਆਂ ਹੋਈਆਂ, ਉਹ ਸਾਰਿਆਂ ਤੋਂ ਅਸੀਂ ਵਾਂਝੇ ਰਹਿ ਗਏ। ਤਾਂ ਇਸ ਲਈ ਭਾਸ਼ਾਵਾਂ ਦੀ ਵਿਭਿੰਨਤਾ ਵੀ ਰਹਿਣੀ ਬਹੁਤ ਜ਼ਰੂਰੀ ਹੈ।
ਧਰਮ ਦੀ ਵਿਭਿੰਨਤਾ ਰਹਿਣੀ ਵੀ ਬਹੁਤ ਜ਼ਰੂਰੀ ਹੈ, ਰਹਿਣ ਸਹਿਣ ਦੀ ਵਿਭਿੰਨਤਾ ਰਹਿਣੀ ਵੀ ਬਹੁਤ ਜ਼ਰੂਰੀ, ਸੱਭਿਆਚਾਰ ਸਮਾਜਿਕ ਸਾਡੀਆਂ ਜਿਹੜੀਆਂ ਰਹਿਣੀ ਤੇ ਜੈਵਿਕ ਵਿਭਿੰਨਤਾ ਰਹਿਣੀ ਵੀ ਬਹੁਤ ਜ਼ਰੂਰੀ ਹੈ। ਤੇ ਇਹ ਵਿਭਿੰਨਤਾ ਹਰ ਤਰੀਕੇ ਦੀ ਜਿਹੜੀ ਆ ਅਗਰ ਪ੍ਰੀਜ਼ਰਵ ਰਹੇਗੀ ਤਾਂ ਸਾਡਾ ਵਾਤਾਵਰਣ ਵੀ ਪ੍ਰੀਜ਼ਰਵ ਰਹੇਗਾ। ਇਹ ਹੈ, ਸਮਝ ਆ ਗਈ ਮੇਰੇ ਖਿਆਲ ਹੈ ਸਟੂਡੈਂਟਸ। ਤਾਂ ਹੁਣ ਉਸ ਤੋਂ ਬਾਅਦ ਅਸੀਂ ਅੱਗੇ ਪਹੁੰਚੇ ਮੁੱਢਲੀਆਂ ਲੋੜਾਂ ਦੀ ਪ੍ਰਾਪਤੀ। ਠੀਕ ਹੈ, ਸਾਡਾ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਮੁੱਢਲੀਆਂ ਲੋੜਾਂ ਦੀ ਪ੍ਰਾਪਤੀ। ਬੇਸਿਕ ਨੀਡਸ ਕਿਸੇ ਵੀ ਵਿਅਕਤੀ ਦੀਆਂ ਕੀ ਹੁੰਦੀਆਂ? ਭੋਜਨ ਸਭ ਤੋਂ ਮੇਨ ਤਾਂ ਇਹੀ ਹੈ। ਠੀਕ ਹੈ, ਸ਼ੁੱਧ ਹਵਾ, ਸ਼ੁੱਧ ਪਾਣੀ, ਪੀਣ ਵਾਲਾ ਪਾਣੀ, ਪੀਣ ਯੋਗ ਪਾਣੀ, ਮਤਲਬ ਪਤਾ ਚੱਲਿਆ ਕਿ ਤੁਹਾਡੇ ਆਲੇ ਦੁਆਲੇ ਦਾ ਪੂਰਾ ਸਮੁੰਦਰ ਹੀ ਹੈ। ਠੀਕ ਹੈ, ਪਰ ਪਾਣੀ ਪੀਣ ਦੇ ਲਈ ਹੈ ਨਹੀਂ, ਕਿਉਂਕਿ ਸਮੁੰਦਰ ਦਾ ਪਾਣੀ ਤਾਂ ਪੀਤਾ ਨਹੀਂ ਜਾ ਸਕਦਾ, ਉਹ 'ਚ ਨਮਕ ਬਹੁਤ ਹੁੰਦਾ। ਠੀਕ ਹੈ, ਅਸੀਂ ਨਦੀਆਂ ਦਰਿਆਵਾਂ ਦਾ ਹੀ ਜਿਹੜਾ ਪਾਣੀ ਹੈ ਮਿੱਠਾ ਉਹ ਪੀ ਸਕਦੇ ਹਾਂ ਆਪਾਂ। ਤਾਂ ਇਸ ਲਈ ਤਾਂ ਭੋਜਨ, ਆਵਾਸ ਔਰ ਉਸ ਤੋਂ ਬਾਅਦ ਸਿਹਤ ਸਾਡੀ, ਉਹਦੇ ਲਈ ਸਾਨੂੰ ਸਹੂਲਤਾਂ ਦੇ ਅਤੇ ਵਿੱਦਿਆ ਦੇ ਲਈ ਸਹੂਲਤਾਂ, ਇਹ ਸਾਡੀਆਂ ਕੁਛ ਬੇਸਿਕ ਨੀਡਸ ਹੈ। ਦੇਖੋ ਇੱਕ ਵਰਡ ਹੈ ਟਿਕਾਊਪਣਾ। ਠੀਕ ਹੈ, ਸੋ ਸਾਡਾ ਜਿਹੜਾ ਟਿਕਾਊ ਵਿਕਾਸ ਹੈ ਤਾਂ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇਹ ਐਡਰੈਸ ਕਰਾਂਗੇ। ਕਿ ਸਭ ਤੋਂ ਪਹਿਲਾਂ ਜਿੱਦਾਂ ਗਰੀਬੀ ਹੈ, ਠੀਕ ਹੈ, ਉਹ ਸਾਡੇ ਟਿਕਾਊ ਵਿਕਾਸ ਦੇ ਵਿੱਚ ਰੋੜਾ ਹੈ। ਤਾਂ ਸਾਨੂੰ ਲੋਕਾਂ ਨੂੰ, ਜਿਹੜੇ ਵੀ ਸક્ષਮ ਲੋਕ ਆ, ਉਹਨਾਂ ਨੂੰ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਗਰੀਬ ਅਤੇ ਅਮੀਰ ਦਾ ਜਿਹੜਾ ਗੈਪ ਹੈ, ਸਰਕਾਰਾਂ ਨੂੰ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਗਰੀਬ ਅਤੇ ਅਮੀਰ ਦਾ ਜਿਹੜਾ ਗੈਪ ਹੈ ਉਹ ਖਤਮ ਹੋਵੇ ਔਰ ਗਰੀਬ ਦਾ ਜਿਹੜਾ ਬੱਚਾ ਹੈ ਉਹ ਵੀ ਅੱਛੇ ਸਕੂਲਾਂ ਦੇ ਵਿੱਚ ਪੜ੍ਹ ਸਕੇ, ਗਰੀਬ ਦੇ ਕੋਲ ਵੀ ਅੱਛਾ ਭੋਜਨ ਹੋਵੇ, ਅੱਛੀਆਂ ਜਿਹੜੀਆਂ ਚੀਜ਼ਾਂ ਖਾਣ ਦੇ ਲਈ ਹੋਣ, ਬੱਚਿਆਂ ਦੇ ਲਈ ਵਿੱਦਿਆ ਹੋਵੇ, ਸਾਰੀ ਚੀਜ਼ਾਂ ਮਤਲਬ ਉਹਨੂੰ ਮੁਹੱਈਆ ਕਰਾਉਣੀਆਂ ਚਾਹੀਦੀਆਂ। ਠੀਕ ਹੈ ਨਾ, ਅਤੇ ਇਹ ਉਹਦੀਆਂ ਮੁੱਢਲੀਆਂ ਲੋੜਾਂ ਹੈ। ਅਗਰ ਇੱਦਾਂ ਹੋਏਗਾ ਤਾਂ ਹੀ ਸਾਡਾ ਵਾਤਾਵਰਣ ਵੀ ਬਚਿਆ ਰਹੇਗਾ ਅਤੇ ਵਿਕਾਸ ਜਿਹੜਾ ਉਹ ਸਾਡਾ ਹੋਏਗਾ। ਠੀਕ ਹੈ, ਇਹ ਜਿਹੜਾ ਟਿਕਾਊਪਣਾ ਨਾ, ਇਹਦੇ ਵਿੱਚ ਅਸੀਂ ਅੱਗੇ ਅੱਗੇ ਹੁਣ ਹੋਰ ਹੋਰ ਪੁਆਇੰਟਸ ਜੁੜਦੇ ਜਾਣਗੇ ਟਿਕਾਊਪਣੇ 'ਚ। ਇੱਕ ਜਿਹੜਾ ਤੁਸੀਂ ਪੜ੍ਹ ਲਿਆ ਗਰੀਬੀ ਦਾ, ਕਿ ਗਰੀਬੀ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ। ਸਾਡਾ ਅਗਲਾ ਪੁਆਇੰਟ ਹੈ ਬਰਾਬਰੀ। ਠੀਕ ਹੈ, ਸੋ ਜਾਂ ਇਕੁਇਟੀ ਜਿਹਨੂੰ ਅਸੀਂ ਕਹਿੰਦੇ ਹਾਂ। ਦੇਖੋ ਜਿਹੜੇ ਕਾਮਰਸ ਵਾਲੇ ਬੱਚੇ ਉਹ ਬਹੁਤ ਅੱਛੀ ਤਰ੍ਹਾਂ ਜਾਣਦੇ ਇਕੁਐਲਿਟੀ ਅਤੇ ਇਕੁਇਟੀ ਕੀ ਹੁੰਦੀ ਹੈ ਨਾ। ਸੋ ਇਕੁਐਲਿਟੀ ਅਤੇ ਇਕੁਇਟੀ ਜਿਹੜੀ ਹੈ, ਠੀਕ ਹੈ, ਸੋ ਉਹ ਕੀ ਹੈ? ਦੇਖੋ ਮੈਂ ਇੱਕ ਉਦਾਹਰਨ ਦੇ ਨਾਲ ਤੁਹਾਨੂੰ ਸਮਝਾਉਂਦੀ ਪਹਿਲਾਂ ਕਿ ਮੰਨ ਲਓ ਕਿ ਸਾਡੇ ਕੋਲ ਇਹ ਇੱਕ ਪੇੜ ਹੈ। ਠੀਕ ਹੈ, ਔਰ ਸੋ ਇਸੇ ਤਰ੍ਹਾਂ ਆਪਾਂ ਇੱਕ ਹੋਰ ਲੈ ਲੈਂਦੇ ਇੱਧਰ ਐਗਜ਼ਾਮਪਲ। ਠੀਕ ਹੈ, ਸੋ ਇਹ ਪੇੜ ਹੈ, ਇਹਦੇ 'ਤੇ ਇਸ ਟਹਿਣੀ ਦੇ ਉੱਤੇ ਮੰਨ ਲਓ ਅੰਬ ਲੱਗੇ ਹੋਏ ਆ। ਠੀਕ ਹੈ, ਅਤੇ ਇੱਕ ਵਿਅਕਤੀ ਜਿਹੜਾ ਉਹ ਇੰਨਾ ਲੰਬਾ ਹੈ ਔਰ ਉਹਦੀ ਬਾਂਹ ਜਿਹੜੀ ਹੈ ਪਹੁੰਚ ਜਾਂਦੀ ਹੈ ਅਤੇ ਉਹ ਇਸ ਅੰਬ ਨੂੰ ਤੋੜ ਲੈਂਦਾ ਹੈ। ਠੀਕ ਹੈ, ਤਾਂ ਹੁਣ ਇੱਕ ਜਿਹੜਾ ਛੋਟੇ ਕੱਦ ਵਾਲਾ ਵਿਅਕਤੀ ਹੈ, ਠੀਕ ਹੈ, ਸੋ ਮੰਨ ਲਓ ਤਾਂ ਉਹਦਾ ਹੱਥ ਨਹੀਂ ਜਾਂਦਾ, ਉਹ ਇੱਥੇ ਹੀ ਰਹਿ ਜਾਂਦਾ। ਤੀਸਰਾ ਜਿਹੜਾ ਛੋਟਾ ਜਿਹਾ ਬੱਚਾ ਹੈ ਬਿਲਕੁਲ, ਤਾਂ ਉਹਦਾ ਤਾਂ ਹੱਥ ਬਿਲਕੁਲ ਹੀ ਨਹੀਂ ਜਾਣਾ। ਤਾਂ ਇਹ ਹੈ ਕਿ ਇੱਕ ਤੁਸੀਂ ਮੌਕਾ ਜਿਹੜਾ ਕਿਸੇ ਨੂੰ ਇਕੁਐਲਿਟੀ ਦੇ ਤੌਰ ਦੇ ਉੱਤੇ ਦੇ ਦਿੱਤਾ। ਠੀਕ ਹੈ, ਪਰ ਹੁਣ ਉਹਦੇ 'ਚੋਂ ਕੋਈ ਜਿਹੜਾ ਉਹ ਸક્ષਮ ਹੈ ਉਹਨੂੰ ਲੈਣ ਦੇ ਲਈ, ਕੋਈ ਜਿਹੜਾ ਨਹੀਂ ਹੈ, ਤੁਸੀਂ ਤਾਂ ਇਕੁਐਲਿਟੀ ਕਰਤੀ। ਠੀਕ ਹੈ, ਤੁਸੀਂ ਤਾਂ ਮਤਲਬ ਦੇਤਾ ਵੀ ਅਸੀਂ ਤਾਂ ਸਾਰਿਆਂ ਨੂੰ ਇਹ ਮੌਕਾ ਦੇਤਾ, ਹੁਣ ਜੇ ਜਿਹੜਾ ਵੀ ਲੈਣਾ ਚਾਹੇ ਲੈ ਲਵੇ। ਠੀਕ ਹੈ, ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਚੱਲੇਗਾ। ਠੀਕ ਹੈ, ਸਾਨੂੰ ਹੁਣ ਇੱਦਾਂ ਕਰਨਾ ਪਏਗਾ ਕਿ ਇਹ ਜਿਹੜਾ ਪੌਦਾ ਹੈ ਇਹਦੇ 'ਤੇ ਇਹ ਫਰੂਟਸ ਹੈ ਔਰ ਇਕੁਇਟੀ ਕਿੱਦਾਂ ਕਰਨੀ ਪਏਗੀ ਦੇਖੋ। ਠੀਕ ਹੈ, ਸੋ ਇਹਨੂੰ ਤਾਂ ਸਾਨੂੰ ਕੁਛ ਨਹੀਂ ਕਰਨਾ ਪਏਗਾ। ਸੋ ਇਸ ਜਿਹੜਾ ਵਿਅਕਤੀ ਹੈ ਇਹਦੇ ਲਈ ਸਾਨੂੰ ਕੋਈ ਸਪੋਰਟ ਨਹੀਂ ਦੇਣੀ ਪਏਗੀ, ਇਹ ਲੈ ਲਏਗਾ ਆਪਣੇ ਆਪ ਹੀ। ਪਰ ਇਹ ਜਿਹੜਾ ਸੈਕਿੰਡ ਵਾਲਾ ਨਾ, ਇਹਦੇ ਲਈ ਆਪਾਂ ਨੂੰ ਛੋਟਾ ਜਿਹਾ ਇੱਥੇ ਆਪਾਂ ਸਟੂਲ ਰੱਖ ਦਿੰਦੇ ਹਾਂ ਇੱਕ। ਠੀਕ ਹੈ, ਇੱਕ ਸਟੂਲ, ਅਤੇ ਉਹਦੇ ਉੱਤੇ ਇਹ ਖੜ੍ਹਾ ਹੋ ਜਾਏਗਾ ਹੁਣ, ਅਤੇ ਇਹਦੀ ਬਾਂਹ ਵੀ ਪਹੁੰਚ ਜਾਏਗੀ ਉੱਥੇ ਤੱਕ। ਜਿਹੜਾ ਤੀਸਰਾ ਵਾਲਾ ਸੀਗਾ ਉਹਦੇ ਲਈ ਥੋੜ੍ਹਾ ਵੱਡਾ ਸਟੂਲ ਰੱਖਣਾ ਪਏਗਾ। ਠੀਕ ਹੈ, ਔਰ ਉਹ ਵੀ ਇੱਥੇ ਪਹੁੰਚ ਜਾਏਗਾ। ਠੀਕ ਹੈ, ਇੱਦਾਂ। ਤਾਂ ਇਹਦਾ ਮਤਲਬ ਇਹ ਹੋਇਆ ਤੀਸਰਾ ਮਤਲਬ ਦੂਸਰੇ ਅਤੇ ਤੀਸਰੇ ਨੰਬਰ ਦੇ ਸੀਗੇ, ਉਹਨਾਂ ਦੇ ਲਈ ਸਾਨੂੰ ਸਪੋਰਟ ਸਿਸਟਮ ਦੇਣਾ ਪਿਆ। ਪਹਿਲੇ ਵਾਲੇ ਲਈ ਕੋਈ ਨਹੀਂ, ਦੂਜੇ ਵਾਲੇ ਲਈ ਥੋੜ੍ਹਾ ਜਿਹਾ ਸਪੋਰਟ, ਤੀਜੇ ਵਾਲੇ ਦੇ ਲਈ ਸਾਨੂੰ ਜ਼ਿਆਦਾ ਸਪੋਰਟ ਦੇਣੀ ਪਈ। ਤਾਂ ਉਹਨੂੰ ਅਸੀਂ ਕਹਿੰਦੇ ਇਕੁਇਟੀ, ਮਤਲਬ ਉਹਨਾਂ ਨੂੰ ਜੋ ਵੀ ਮੌਕਾ ਤੁਸੀਂ ਦਿੱਤਾ ਹੈ ਉਹਦੇ ਲਈ ਥੋੜ੍ਹੀ ਸਪੋਰਟ ਚਾਹੀਦੀ ਹੈ ਤਾਂ ਉਹ ਬਰਾਬਰਤਾ ਆਏਗੀ। ਠੀਕ ਹੈ, ਤਾਂ ਬਰਾਬਰਤਾ 'ਤੇ ਪਹੁੰਚਣਗੇ। ਤਾਂ ਬਰਾਬਰਤਾ ਜਿਹੜੀ ਉਹ ਕਿਸੇ ਇੱਕ ਇਹ ਸਿਰਫ ਚੀਜ਼ ਦੇ ਲਈ ਵੀ ਨਹੀਂ ਹੁੰਦੀ, ਬਰਾਬਰਤਾ ਜਿਹੜੀ ਆ ਉਹ ਮੌਕਿਆਂ ਦੇ ਲਈ ਵੀ ਹੁੰਦੀ ਹੈ। ਜਦੋਂ ਮੈਂ ਤੁਹਾਨੂੰ ਹੁਣੇ ਦੱਸ ਹੀ ਰਹੀ ਹਾਂ ਕਿ ਮੌਕੇ ਜਿਹੜੇ ਤੁਸੀਂ ਦਿੰਦੇ ਹੋ, ਸਰਕਾਰਾਂ ਮੌਕੇ ਦਿੰਦੀਆਂ, ਉਹਨਾਂ ਦੇ ਲਈ ਵੀ ਬਰਾਬਰਤਾ ਜਿਹੜੀ ਹੈ ਉਹ ਹੁੰਦੀ ਹੈ। ਤਾਂ ਹੁਣ ਇੱਕ ਬੈਂਕ ਦੇ ਵਿੱਚ ਲੋਨ ਮਿਲਣਾ ਮੰਨ ਲਓ। ਠੀਕ ਹੈ, ਔਰ ਕਿਸਾਨਾਂ ਦੇ ਲਈ ਲੋਨ ਹੈ, ਔਰ ਜਿਹੜਾ ਕਿਸਾਨ ਸ਼ਹਿਰ ਦੇ ਵਿੱਚ ਰਹਿੰਦਾ ਹੈ ਔਰ ਉਹਦੇ ਕੋਲ ਸਾਰੀ ਪੜ੍ਹਿਆ ਲਿਖਿਆ ਵੀ ਹੈ, ਉਹਦੇ ਕੋਲ ਇਹ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਜਲਦੀ, ਉਹ ਜਾ ਕੇ ਜਲਦੀ ਜਲਦੀ ਲੋਨ ਲੈ ਲੈਂਦਾ। ਪਰ ਇੱਕ ਪਿੰਡ ਦੇ ਵਿੱਚ ਰਹਿ ਰਿਹਾ ਵਿਅਕਤੀ, ਉਹ ਅਨਪੜ੍ਹ ਵੀ ਹੈ ਕਿਸਾਨ ਜਿਹੜਾ, ਉਹਦੇ ਕੋਲ ਇਹ ਨਹੀਂ ਪਹੁੰਚਦੀ ਇਨਫੋਰਮੇਸ਼ਨ। ਤਾਂ ਫਿਰ ਹੁਣ ਕੀ ਕਰਨਾ ਪਏਗਾ? ਦੇਖੋ ਇਕੁਐਲਿਟੀ ਹੋ ਗਈ ਪਹਿਲਾਂ ਤਾਂ ਕਿ ਵੀ ਸਰਕਾਰ ਨੇ ਮੌਕਾ ਦੇਤਾ ਸਭ ਨੂੰ। ਠੀਕ ਹੈ, ਹੁਣ ਉਹ ਪਰ ਪਿੰਡ ਵਾਲਾ ਲੈ ਨਹੀਂ ਪਾਇਆ, ਤਾਂ ਫਿਰ ਸਰਕਾਰ ਨੂੰ ਕੀ ਕਰਨਾ ਪਏਗਾ? ਉਹਦੇ ਕੋਲ MP ਹੈ, ਉਹਦੇ ਕੋਲ MLAs ਹੈ, ਉਹਦੇ ਕੋਲ ਪਾਰਸ਼ਦ ਹੈ, ਉਹਦੇ ਕੋਲ ਸਾਰੇ, ਤਾਂ ਉਹਨਾਂ ਨੂੰ ਉਸ ਤੰਤਰ ਨੂੰ ਐਕਟਿਵ ਕਰਨਾ ਪਏਗਾ ਅਤੇ ਉਹਨਾਂ ਨੂੰ ਜਾ ਕੇ
ਕਿ ਉਸ ਕਿਸਾਨਾਂ ਨੂੰ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਸੈਮੀਨਾਰ ਕਰਕੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਣ ਕਿ ਵੀ ਇਹ ਤੁਹਾਨੂੰ ਸਰਕਾਰ ਨੇ ਬੈਂਕ ਦੇ ਵਿੱਚ ਲੋਨ ਦੀ ਇੱਕ ਸੁਵਿਧਾ ਕੀਤੀ ਹੈ, ਤੁਸੀਂ ਵੀ ਇਹਨੂੰ ਲੈ ਸਕਦੇ ਹੋ। ਕਿਵੇਂ ਲੈ ਸਕਦੇ ਹੋ, ਕੋਈ ਪਰਫਾਰਮਾ ਪੰਨਾ ਕੁਝ ਵੀ, ਉਹਦੇ ਲਈ ਸਪੋਰਟ ਸਿਸਟਮ ਬਣਾਉਣਾ। ਇਹ ਹੁੰਦੀ ਇਕੁਇਟੀ ਫਿਰ, ਠੀਕ ਹੈ। ਸਿਰਫ ਦੇ ਦੇਣਾ ਉਹ ਇਕੁਐਲਿਟੀ ਹੈ, ਪਰ ਉਹਨੂੰ ਅਲੱਗ-ਅਲੱਗ ਵਿਅਕਤੀ ਦੀਆਂ ਜ਼ਰੂਰਤਾਂ ਦੇ ਮੁਤਾਬਕ ਉਹਨੂੰ ਸਪੋਰਟ ਕਰਨਾ ਉਹ ਇਕੁਇਟੀ ਹੈ। ਤੇ ਇਹ ਬਹੁਤ ਜ਼ਰੂਰੀ ਹੈ ਟਿਕਾਊ ਵਿਕਾਸ ਲਈ। ਹੁਣ ਉਸ ਤੋਂ ਬਾਅਦ ਆ ਗਿਆ ਅਸੀਂ ਮੌਕੇ ਤੱਕ ਪਹੁੰਚ। ਮੌਕੇ ਤੱਕ ਪਹੁੰਚ ਜਿਹੜੀ ਹੈ ਉਹ ਕੀ ਹੈ ਕਿ ਵੀ ਸਾਡਾ ਜਿਹੜਾ ਮੌਕੇ ਜਿਹੜੇ ਹੈ ਉਹ ਦਿੰਦੇ ਅਸੀਂ, ਉਹਦੇ ਤੱਕ ਲੋਕਾਂ ਨੂੰ ਸક્ષਮ ਬਣਾਉਣਾ ਕਿ ਉਹ ਪਹੁੰਚ ਸਕਣ। ਜਿੱਦਾਂ ਮੈਂ ਤੁਹਾਨੂੰ ਹੁਣੇ ਉਦਾਹਰਨ ਦਿੱਤੀ, ਉਹ ਇਹਦੇ ਵਿੱਚ ਹੀ ਆ ਗਿਆ, ਠੀਕ ਹੈ ਨਾ। ਮੌਕਿਆਂ ਦੇ ਲਈ ਤਾਂ ਹੁਣ ਇੱਕ ਬੱਚਾ ਜਿਹੜਾ ਉਹਨੂੰ ਤੁਸੀਂ ਕੀ ਕਰਦੇ, ਸਰਕਾਰ ਜਿਹੜੀ ਸਕਾਲਰਸ਼ਿਪ ਦਿੰਦੀ ਹੈ, ਠੀਕ ਹੈ। ਕਿਉਂਕਿ ਉਹ ਗਰੀਬ ਹੈ ਬੱਚਾ ਜਿਹੜਾ, ਉਹਨੂੰ ਸਕਾਲਰਸ਼ਿਪ ਦਿੰਦੀ ਹੈ ਤਾਂ ਕਿ ਉਹ ਆਪਣੀਆਂ ਕਿਤਾਬਾਂ ਖਰੀਦ ਸਕੇ, ਠੀਕ ਹੈ। ਤੇ ਇਹ ਇਕੁਇਟੀ ਵੀ ਆ ਗਈ, ਇੱਥੇ ਇਕੁਇਟੀ ਆ ਗਈ ਔਰ ਮੌਕੇ ਤੱਕ ਪਹੁੰਚ ਵੀ ਆ ਗਈ, ਠੀਕ ਹੈ। ਉਹਨੂੰ ਫੀਸ ਮਾਫ ਕਰ ਦਿੱਤੀ, ਉਹਦੀ ਫੀਸ ਬਹੁਤ ਘੱਟ ਕਰ ਦਿੱਤੀ। ਤਾਂ ਹੁਣ ਇੱਕ ਗਰੀਬ ਦਾ ਜਿਹੜਾ ਬੱਚਾ ਹੈ ਉਹ ਵੀ ਸਕੂਲਾਂ ਦੇ ਵਿੱਚ ਪੜ੍ਹਦਾ ਹੈ, ਠੀਕ ਹੈ, ਪੜ੍ਹ ਸਕੇਗਾ। ਔਰ ਇੱਕ ਅਮੀਰ ਬੱਚੇ ਦੀ ਤਰ੍ਹਾਂ ਹੀ ਗਰੀਬ ਬੱਚਾ ਵੀ ਜਿਹੜਾ ਪੜ੍ਹ ਕੇ ਬਹੁਤ ਕੁਝ ਬਣ ਸਕਦਾ ਹੈ। ਇਹ ਮੌਕੇ ਤੱਕ ਪਹੁੰਚ ਹੈ। ਉਸ ਤੋਂ ਬਾਅਦ ਅਸੀਂ ਅੱਗੇ ਪਹੁੰਚੇ ਹਾਂ ਹੁਣ ਰੁਜ਼ਗਾਰ, ਇੰਪਲੋਇਮੈਂਟ, ਠੀਕ ਹੈ। ਰੁਜ਼ਗਾਰ ਇਹ ਕੀ ਚੀਜ਼ ਹੈ ਕਿ ਜਿਹੜਾ ਰੁਜ਼ਗਾਰ ਹੈ, ਦੇਖੋ ਅਗਰ ਮਿਲਦਾ ਸਾਨੂੰ, ਚਾਹੇ ਉਹ ਪਰਮਾਨੈਂਟ ਹੋਵੇ ਚਾਹੇ ਉਹ ਥੋੜ੍ਹੇ ਥੋੜ੍ਹੇ ਦਿਨਾਂ ਦਾ ਮਿਲੇ ਰੁਜ਼ਗਾਰ ਜਿਹੜਾ, ਪਰ ਕੋਈ ਵੀ ਵਿਅਕਤੀ ਬੇਰੁਜ਼ਗਾਰ ਨਹੀਂ ਹੋਣਾ ਚਾਹੀਦਾ, ਠੀਕ ਹੈ। ਇਸ ਚੱਕਰ ਨੂੰ, ਬੇਰੁਜ਼ਗਾਰੀ ਦੇ ਚੱਕਰ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣਾ ਵਿਕਾਸ ਜਿਹੜਾ ਕਰ ਸਕੀਏ। ਵਿਅਕਤੀ ਦਾ ਵਿਕਾਸ ਹੋਏਗਾ, ਠੀਕ ਹੈ, ਸੋ ਮਨੁੱਖ ਦਾ ਵਿਕਾਸ ਹੋਏਗਾ ਤਾਂ ਫਿਰ ਵਾਤਾਵਰਨ ਦਾ ਵੀ ਦੇ ਵੀ ਪੱਖੋਂ ਵਿੱਦਿਆ ਮਤਲਬ ਪ੍ਰਾਪਤ ਕਰੇਗਾ, ਵਾਤਾਵਰਨ ਦੇ ਲਈ ਸੁਚੇਤ ਹੋਏਗਾ, ਇਹ ਸਾਰਾ ਕੁਛ ਹੈ। ਉਸ ਤੋਂ ਬਾਅਦ ਟਿਕਾਊ ਖਪਤ, ਠੀਕ ਹੈ। ਸਾਡਾ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਟਿਕਾਊ ਖਪਤ, ਸਸਟੇਨੇਬਲ ਕੰਜ਼ਪਸ਼ਨ ਜਿਹੜੀ ਹੈ, ਠੀਕ ਹੈ। ਸੋ ਉਹ ਕੀ ਹੈ, ਦੇਖੋ ਇੱਥੇ ਦੋ ਚੀਜ਼ਾਂ ਹੈ। ਇੱਕ ਤਾਂ ਹੈ ਰਹਿਣਾ ਸਹਿਣਾ ਔਰ ਇੱਕ ਹੁੰਦਾ ਜੀਵਨ ਦੀ ਗੁਣਵੱਤਾ, ਠੀਕ ਹੈ। ਰਹਿਣਾ ਸਹਿਣ, ਜਦੋਂ ਕੋਈ ਵਿਅਕਤੀ ਜਿਹੜਾ ਉਹਦੇ ਕੋਲ ਰੁਜ਼ਗਾਰ ਆ ਜਾਂਦਾ ਤਾਂ ਤੁਸੀਂ ਦੇਖਿਆ ਹੋਣਾ ਹੌਲੀ ਹੌਲੀ ਉਹਦੇ ਰਹਿਣ ਸਹਿਣ ਦੇ ਤਰੀਕੇ ਦੇ ਵਿੱਚ ਥੋੜ੍ਹੀ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਹੌਲੀ ਹੌਲੀ ਉਹ ਪਹਿਲਾਂ ਮਕਾਨ ਖਰੀਦਦਾ, ਫਿਰ ਉਸ ਤੋਂ ਬਾਅਦ ਉਹਦੇ ਕੋਲ ਅੱਛੇ ਕੱਪੜੇ, ਅੱਛਾ ਭੋਜਨ, ਠੀਕ ਆ, ਅੱਛਾ ਜਿਹੜਾ ਉਹ ਸਕੂਟਰ, ਕਾਰ, ਸਭ ਕੁਛ ਆਉਣਾ ਹੌਲੀ 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 ਆਉਣਾ ਸ਼ੁਰੂ ਹੋ ਜਾਂਦਾ ਅਤੇ ਉਹਦਾ ਜੀਵਨ ਪੱਧਰ ਉੱਚਾ ਹੋ ਜਾਂਦਾ। ਪਰ ਜੀਵਨ ਦੀ ਗੁਣਵੱਤਾ ਦੀ ਗਰੰਟੀ ਨਹੀਂ ਹੈ। ਜੀਵਨ ਦੀ ਗੁਣਵੱਤਾ ਆ ਗਈ, ਇਸ ਚੀਜ਼ ਦੀ ਗਰੰਟੀ ਨਹੀਂ ਹੈ, ਠੀਕ ਹੈ। ਜੀਵਨ ਦੀ ਗੁਣਵੱਤਾ ਜਿਹੜੀ ਉਹ ਕੀ ਚੀਜ਼ ਹੈ ਕਿ ਉਹ ਅੱਛਾ ਖਾਣਾ ਜਿਹੜਾ ਖਾ ਰਿਹਾ ਹੈ, ਠੀਕ ਹੈ, ਉਹਦੇ ਵਿੱਚ ਪੂਰੇ ਨਿਊਟਰੀਐਂਟਸ ਹੈਗੇ, ਜਾਂ ਉਹ ਕੋਈ ਜ਼ਹਿਰ ਵਾਲੀ ਚੀਜ਼ ਜਿਹੜੀ ਮਤਲਬ ਕੋਈ ਇੱਦਾਂ ਦੀਆਂ ਚੀਜ਼ਾਂ ਤਾਂ ਨਹੀਂ ਉਹ ਭੋਜਨ ਦੇ ਵਿੱਚ ਲੈ ਰਿਹਾ ਜਿਹੜੀਆਂ ਉਹਨੂੰ ਕੈਂਸਰ ਕਰ ਦੇਣ, ਹੈ ਨਾ। ਹਵਾ ਜਿਹੜੀ ਉਹ ਲੈ ਰਿਹਾ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਪੋਲਿਊਸ਼ਨ ਤਾਂ ਨਹੀਂ ਹੈਗੀ ਹੈ। ਸੋ ਜਿਹੜਾ ਪਾਣੀ ਪੀ ਰਿਹਾ ਉਹਦੇ ਵਿੱਚ ਕੋਈ ਜ਼ਹਿਰੀਲੇ ਪਦਾਰਥ ਤਾਂ ਨਹੀਂ ਹੈਗੇ। ਜਿਹੜੇ ਉਹ ਦਾਲਾਂ ਖਾ ਰਹੇ ਉਹਨਾਂ 'ਚ ਮਿਲਾਵਟ ਤਾਂ ਨਹੀਂ ਹੈਗੀ ਹੈ। ਉਹਨਾਂ ਦੇ ਵਿੱਚ ਕੋਈ ਖਤਰਨਾਕ ਰੰਗ ਤਾਂ ਨਹੀਂ ਮਿਲੇ ਹੋਏ, ਹੈ ਨਾ। ਸੋ ਇਹ ਸਾਰੀ, ਤਾਂ ਦੁੱਧ ਜਿਹੜਾ ਉਹ ਪੀ ਰਿਹਾ ਦੇਖੋ ਉਹਦੇ ਵਿੱਚ ਕੋਈ ਹਾਰਮਫੁਲ ਕੈਮੀਕਲਸ ਤਾਂ ਨਹੀਂ ਹੈਗੇ, ਉਹ ਨਕਲੀ ਦੁੱਧ ਤਾਂ ਨਹੀਂ ਪੀ ਰਿਹਾ ਹੈਗਾ। ਇਹ ਸਾਰੀ ਜੀਵਨ ਦੀ ਗੁਣਵੱਤਾ ਹੈ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਟਿਕਾਊ ਖਪਤ, ਟਿਕਾਊ ਖਪਤ ਦਾ ਮਤਲਬ ਇਹ ਹੈ ਕਿ ਜੀਵਨ ਦਾ ਪੱਧਰ ਉੱਚਾ ਤਾਂ ਹੋਣਾ ਹੀ ਚਾਹੀਦਾ, ਪਰ ਜੀਵਨ ਦੀ ਗੁਣਵੱਤਾ ਜਿਹੜੀ ਆ ਉਹਦੇ ਵਾਲੇ ਪਾਸੇ ਵੀ ਧਿਆਨ ਹੋਣਾ ਚਾਹੀਦਾ ਹੈ। ਕੁਛ ਜਿਹੜੇ ਸਾਡੇ ਵਿਕਸਿਤ ਦੇਸ਼ ਹੈ ਉਹਨਾਂ ਦੇ ਵਿੱਚ ਵੀ ਇਹ ਕੁਛ ਪਿਛਲੇ 20 ਸਾਲਾਂ ਦੇ ਵਿੱਚ ਇਸ ਜੀਵਨ ਦੀ ਗੁਣਵੱਤਾ ਦੇ ਵਿੱਚ ਗਿਰਾਵਟ ਆਈ ਹੈ। ਔਰ ਉਸ ਦਾ ਨਤੀਜਾ ਤੁਸੀਂ ਉਹਨੂੰ ਕੋਵਿਡ ਦੇ 19 ਦੇ ਉਹਦੇ ਤੇ ਦੇਖ ਲਿਆ ਕਿ ਅਮਰੀਕਾ ਵਰਗੇ ਜਿਹੜੇ ਦੇਸ਼ ਹੈ ਉਹਨਾਂ ਦੇ ਲੋਕਾਂ ਦੀ ਇਮਿਊਨਿਟੀ ਦੇ ਲੈਵਲ ਜਿਹੜਾ ਕਿੰਨਾ ਘੱਟ ਹੈ, ਜਦ ਕਿ ਅਸੀਂ ਇਹ ਕਹਿੰਦੇ ਹਾਂ ਕਿ ਉਹ ਬਹੁਤ ਸ਼ੁੱਧ ਖਾਣਾ ਖਾ ਰਹੇ ਹੈ, ਸਭ ਕੁਛ ਜਿਹੜਾ ਅੱਛਾ ਦੁੱਧ ਹੈ, ਅੱਛਾ ਖਾਣਾ ਪੀਣਾ, ਸਭ ਕੁਛ ਉਹਨਾਂ ਦਾ ਅੱਛਾ ਹੈ, ਠੀਕ ਹੈ, ਸਾਡੇ ਨਾਲੋਂ ਮਤਲਬ ਉਹਨਾਂ ਦਾ ਅੱਛਾ ਹੈ, ਪਰ ਫਿਰ ਵੀ ਉਹਨਾਂ ਦੀ ਇਮਿਊਨਿਟੀ ਇੰਨੀ ਘੱਟ ਹੈ ਔਰ ਉਹਨਾਂ ਨੂੰ ਡਾਇਬਟੀਜ਼ ਹੈ, ਉਹਨਾਂ ਨੂੰ ਹਾਰਟ ਪ੍ਰੋਬਲਮਸ ਜ਼ਿਆਦਾ ਹੈ ਸਾਡੇ ਨਾਲੋਂ। ਤਾਂ ਜੇ ਆਪਾਂ ਰਿਸਰਚ ਪੇਪਰਸ ਨੂੰ ਦੇਖੀਏ ਤਾਂ ਉਹਨਾਂ ਦੇ ਵਿੱਚ ਇਹ ਜਿਹੜੀਆਂ ਬਿਮਾਰੀਆਂ ਜਿਹੜੀਆਂ ਛੂਤ ਦੇ ਨਾਲ ਨਹੀਂ ਹੁੰਦੀਆਂ, ਮਤਲਬ ਡਾਇਬਟੀਜ਼ ਵਰਗੀਆਂ, ਇਹ ਜ਼ਿਆਦਾ ਹੈ ਉਹਨਾਂ ਦੇ ਵਿੱਚ। ਇਸੇ ਕਾਰਨ ਉਹਨਾਂ ਦਾ ਜਿਹੜਾ ਮੌਤ ਦਰ ਹੈ ਉਹ ਇਸ ਕੋਵਿਡ ਦੇ ਨਾਲ ਜ਼ਿਆਦਾ ਹੈ। ਤੇ ਉਹਨਾਂ ਦੇ ਜਿਹੜੇ ਜਿੰਨੇ ਵੀ ਹਸਪੀਟਲ ਸੀਗੇ ਅੱਛੇ, ਕਹਿੰਦੇ ਬੜੀ ਉਹਨਾਂ ਦੇ ਵਿੱਚ ਸੁਵਿਧਾਵਾਂ ਹੈ, ਤਾਂ ਉਹ ਵੀ ਧਰਾਸ਼ਾਹੀ ਹੋ ਗਏ ਸਾਰੇ, ਆਪਾਂ ਪੜ੍ਹਿਆ ਉਹਨੇ, ਹੈ ਨਾ। ਤੇ ਇਹ ਗਿਰਾਵਟ ਜਿਹੜੀ ਉਹ ਆਈ ਹੈ, ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਆਈ ਹੈ। ਤਾਂ ਸਾਨੂੰ ਆਪਣੇ ਜੀਵਨ ਪੱਧਰ ਦੀ ਗੁਣਵੱਤਾ ਦੇ ਲਈ ਲੋਕ ਹੁਣ ਬਹੁਤ ਸੁਚੇਤ ਹੋ ਗਏ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਦੇ ਜੀਵਨ ਦੀ ਗੁਣਵੱਤਾ ਬਹੁਤ ਅੱਛੀ ਸੀ। ਜੀਵਨ ਜੀਣ ਦੇ ਮਾਣਕ ਭਾਵੇਂ ਲੋ ਸੀਗੇ, ਉਹਨਾਂ ਕੋਲ ਕਾਰਾਂ ਨਹੀਂ ਸੀ, ਉਹਨਾਂ ਕੋਲ ਸਕੂਟਰ ਨਹੀਂ ਸੀਗੇ, ਪਰ ਜੀਵਨ ਦੀ ਗੁਣਵੱਤਾ ਬਹੁਤ ਅੱਛੀ ਸੀਗੀ ਕਿਉਂਕਿ ਪੋਲਿਊਸ਼ਨ ਇੰਨੀ ਜ਼ਿਆਦਾ ਨਹੀਂ ਸੀ, ਵਾਹਨ ਜ਼ਿਆਦਾ ਨਹੀਂ ਸੀਗੇ ਉਹਨਾਂ ਦੇ ਕੋਲ। ਤੇ ਉਸ ਤੋਂ ਬਾਅਦ ਫਿਰ ਲੋਕ ਪੇੜਾਂ ਦੀ ਮਹੱਤਤਾ ਬਹੁਤ ਸਮਝਦੇ ਸੀਗੇ, ਆਪਣੇ ਘਰਾਂ ਦੇ ਆਸ-ਪਾਸ ਪੇੜ ਲਗਾ ਕੇ ਰੱਖਦੇ ਸੀਗੇ। ਪੂਰੀ ਦੁਪਹਿਰ ਗਰਮੀਆਂ ਦੀ ਜਿਹੜੀ ਉਹ ਪੇੜਾਂ ਦੇ ਨੀਚੇ ਕੱਟ ਲੈਂਦੇ ਸੀ। ਕੋਈ ਏਸੀ ਨਹੀਂ ਸੀਗੇ, ਕੋਈ ਪੱਖੇ ਨਹੀਂ ਸੀਗੇ, ਕੋਈ ਫਰਿੱਜ ਨਹੀਂ ਸੀਗੇ ਉਹਨਾਂ ਦੇ ਕੋਲ, ਹੈ ਨਾ। ਤਾਂ ਉਹਨਾਂ ਦੀ ਜੀਵਨ ਦੀ ਗੁਣਵੱਤਾ ਜਿਹੜੀ ਉਹ ਬਹੁਤ ਅੱਛੀ ਸੀਗੀ।
ਇਸ ਲਈ ਉਹ ਜ਼ਿਆਦਾ ਲੰਬਾ ਜੀਵਨ ਜਿਹੜਾ ਉਹ ਬਿਤਾਉਂਦੇ ਸੀਗੇ, ਔਰ ਕੋਈ ਇੱਦਾਂ ਦੀਆਂ ਜ਼ਿਆਦਾ ਮਹਾਂਮਾਰੀਆਂ ਵੀ ਨਹੀਂ ਪੈਦਾ ਹੁੰਦੀਆਂ ਸੀਗੀਆਂ। ਹੁਣ ਲੋਕ ਜਿਹੜੇ ਆ ਥੋੜ੍ਹੀ ਜਿਹੀ ਇਸ ਚੀਜ਼ ਨੂੰ ਸਮਝਣ ਲੱਗ ਗਏ, ਤੇ ਉਹਨਾਂ ਨੇ ਆਪਣੀ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਦੇ ਲਈ ਥੋੜ੍ਹੀ ਆਰਗੈਨਿਕ ਫਾਰਮਿੰਗ ਆਪਣੇ ਘਰਾਂ ਦੇ ਵਿੱਚ, ਛੱਤਾਂ ਦੇ ਵਿੱਚ ਦੇ ਉੱਤੇ ਮਤਲਬ ਫਾਰਮਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਹਜੇ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਬਾਹਰ ਦੇ ਉਹਦੇ 'ਤੇ ਡਿਪੈਂਡੈਂਟ ਹੈ, ਜਿਹਦੇ ਕਰਕੇ ਅਸੀਂ ਆਪਣੀ ਜੀਵਨ ਦੀ ਗੁਣਵੱਤਾ ਨੂੰ ਵਧਾ ਨਹੀਂ ਪਾ ਰਹੇ ਹਾਂ। ਤਾਂ ਇਹ ਜਿਹੜਾ ਸਾਨੂੰ ਟਿਕਾਊ ਖਪਤ ਜਿਹੜੀ ਹੈ ਤਾਂ ਹੀ ਕਹਿਲਾਏਗੀ ਜਦੋਂ ਅਸੀਂ ਵਾਤਾਵਰਨੀ, ਸਮਾਜਿਕ ਤੇ ਸੁਹਜ ਦੇ ਨਿਯਮਾਂ ਨੂੰ ਬਹੁਤ ਅੱਛੀ ਤਰ੍ਹਾਂ ਲਾਗੂ ਕਰਾਂਗੇ। ਵਾਤਾਵਰਨੀ, ਸਮਾਜਿਕ ਤੇ ਸੁਹਜ ਦੇ ਨਿਯਮਾਂ ਨੂੰ ਲਾਗੂ ਕਰਾਂਗੇ ਅੱਛੀ ਤਰ੍ਹਾਂ। ਕਦੋਂ? ਜਦੋਂ ਅਸੀਂ ਆਪਣੇ ਵਾਤਾਵਰਣ ਤੋਂ ਭੋਜਨ ਦੀ ਪੂਰਤੀ ਕਰਦੇ ਹਾਂ, ਆਵਾਸ ਦੀ ਪੂਰਤੀ ਕਰਦੇ ਹਾਂ, ਆਵਾਜਾਈ, ਵਿੱਦਿਆ, ਮਨੋਰੰਜਨ ਦੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਦੇ ਹਾਂ, ਤਾਂ ਉਸ ਵੇਲੇ ਸਾਨੂੰ ਵਾਤਾਵਰਨੀ, ਸਮਾਜਿਕ ਤੇ ਸੁਹਜ ਨਿਯਮਾਂ ਦੀ ਜਿਹੜੀ ਟਿਕਾਊ ਖਪਤ ਹੈ ਉਹਦੀ ਬਹੁਤ ਜ਼ਰੂਰਤ ਹੈ। ਉਸ ਤੋਂ ਬਾਅਦ ਬੱਚੋ ਅਸੀਂ ਅੱਗੇ ਪਹੁੰਚੇ ਹੁਣ ਇਸਤਰੀ ਸ਼ਕਤੀ। ਠੀਕ ਹੈ, ਸਾਡਾ ਅਗਲਾ ਪੁਆਇੰਟ ਜਿਹੜਾ ਉਹ ਇਸਤਰੀ ਸ਼ਕਤੀ ਤੇ ਹੈ। ਇੰਪਾਵਰਮੈਂਟ, ਵੂਮਨ ਇੰਪਾਵਰਮੈਂਟ। ਇਹ ਕੀ ਚੀਜ਼ ਹੈ? ਦੇਖੋ, ਜਦੋਂ ਨੈਚੁਰਲ ਰਿਸੋਰਸਿਸ ਜਿਹੜੇ ਆ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਿਮਿਟਿਡ ਹੈ ਸਾਡੇ ਕੋਲ, ਹੈ ਨਾ, ਘੱਟ ਹੈ। ਨੈਚੁਰਲ ਰਿਸੋਰਸਿਸ ਜਿਹੜੇ ਹੈ ਉਹ ਜਦੋਂ ਉਹਨਾਂ ਦੀ ਮਾਣਕਤਾ ਘੱਟ ਹੋ ਜਾਂਦੀ ਹੈ, ਕੁਆਂਟਿਟੀ ਘੱਟ ਹੋ ਜਾਂਦੀ ਹੈ, ਤਾਂ ਇੱਕ ਔਰਤ ਜਿਹੜੀ ਹੈ ਉਹ ਅਗਰ ਇਸ ਚੀਜ਼ ਨੂੰ ਸਮਝ ਲੈਂਦੀ ਹੈ ਕਿ ਵੀ ਸਾਡੇ ਨੈਚੁਰਲ ਰਿਸੋਰਸਿਸ ਜਿਹੜੇ ਉਹ ਖਤਮ ਹੋ ਰਹੇ ਹੈ ਜਾਂ ਉਹਨਾਂ ਦੀ ਗੁਣਵੱਤਾ ਘਟ ਰਹੀ ਹੈ, ਤਾਂ ਪਰ ਫਿਰ ਜਦੋਂ ਪਾਲਿਸੀ ਬਣਾਈ ਜਾਂਦੀ ਹੈ ਤਾਂ ਉਹ ਤਾਂ ਆਦਮੀ ਬਣਾਉਂਦੇ ਆ। ਠੀਕ ਹੈ, ਪਾਲਿਸੀਜ਼ ਜਿਹੜੀਆਂ ਉਹ ਆਦਮੀ ਬਣਾਉਂਦੇ, ਉਸ ਟਾਈਮ ਔਰਤਾਂ ਦੀ ਭੂਮਿਕਾ ਨਿਲ ਕਰ ਦਿੰਦੇ, ਔਰਤਾਂ ਨੂੰ ਵਿੱਚ ਲਿਆ ਹੀ ਨਹੀਂ ਜਾਂਦਾ। ਜਦ ਕਿ ਔਰਤ ਇਸ ਚੀਜ਼ ਨੂੰ ਜਲਦੀ ਪਛਾਣਦੀ ਹੈ ਔਰ ਉਹ ਇਹਦੇ ਲਈ ਅੱਛੇ ਸੁਝਾਅ ਦੇ ਸਕਦੀ ਹੈ। ਤਾਂ ਇਸ ਲਈ ਜ਼ਰੂਰਤ ਹੈ ਕਿ ਆਪਣੇ ਵਾਤਾਵਰਣ ਦੇ ਟਿਕਾਊਪਣ ਦੇ ਲਈ ਸਾਨੂੰ ਇਸਤਰੀ ਸ਼ਕਤੀ ਦਾ ਵੀ ਇਸਤੇਮਾਲ ਜਿਹੜਾ ਉਹ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਇਹ ਜਿਹੜਾ ਤੁਸੀਂ ਟਿਕਾਊਪਣਾ ਜਿਹੜਾ ਹੁਣ ਦੇਖੋ ਪੜ੍ਹ ਰਹੇ ਹੋ, ਹੈ ਨਾ, ਇਹਦੇ ਵਿੱਚ ਇੱਕ ਤਾਂ ਆ ਗਿਆ ਕਿ ਟਿਕਾਊ ਜਿਹੜਾਪਣਾ ਹੈ ਉਹ ਸਿਰਫ ਵਾਤਾਵਰਣ ਦਾ ਟਿਕਾਊਪਣਾ ਨਹੀਂ ਹੈ, ਉਹ ਤਾਂ ਹੈ ਹੀ ਹੈ, ਪਰ ਗਰੀਬਾਂ ਦਾ ਜਿਹੜਾ ਮਦਦ ਕਰਨਾ, ਉਹਨੂੰ ਗੈਪ ਨੂੰ ਜਿਹੜਾ ਗਰੀਬੀ ਤੇ ਅਮੀਰੀ ਦਾ ਗੈਪ ਆ ਉਹਨੂੰ ਦੂਰ ਕਰਨਾ, ਬੇਸਿਕ ਨੀਡਸ ਜਿਹੜੀਆਂ ਲੋਕਾਂ ਦੀਆਂ ਉਹਨਾਂ ਨੂੰ ਪੂਰੀ ਕਰਨਾ, ਇਕੁਇਟੀ ਦੇ ਉੱਤੇ ਜ਼ੋਰ ਦੇਣਾ, ਇਕੁਐਲਿਟੀ ਦੇ ਨਾਲੋਂ ਇਕੁਇਟੀ ਦੇ ਉੱਤੇ ਜ਼ਿਆਦਾ ਜ਼ੋਰ ਦੇਣਾ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਸਾਡੀਆਂ ਪੀੜ੍ਹੀਆਂ ਦੇ ਵਿਚਕਾਰ ਗੈਪ ਹੈ, ਇੰਟਰਜਨਰੇਸ਼ਨਲ ਗੈਪ ਹੈ, ਉਹਨੂੰ ਵੀ ਖਤਮ ਕਰਨਾ। ਠੀਕ ਹੈ, ਉਹਦੇ ਉੱਤੇ ਵੀ ਕੰਮ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਸਾਡੇ ਦਾਦਾ ਦਾਦੀ, ਨਾਨਾ ਨਾਨੀ, ਜਿਹੜੇ ਸਾਡੇ ਬਜ਼ੁਰਗ ਹੈ ਘਰਾਂ ਦੇ ਵਿੱਚ, ਉਹ ਬੜੇ ਤਜਰਬੇਕਾਰ ਆ। ਉਹਨਾਂ ਦੀ ਜਿਹੜੀ ਤਜਰਬੇ ਹੈ ਉਹਨਾਂ ਨੂੰ ਸਾਨੂੰ ਜ਼ਰੂਰ ਸਮਝਣਾ ਚਾਹੀਦਾ, ਜਿਹੜੀ ਹੁਣ ਦੀ ਪੀੜ੍ਹੀ ਹੈ, ਤਾਂ ਕਿ ਅਸੀਂ ਜੋ ਵੀ ਪਾਲਿਸੀਜ਼ ਬਣਾਈਏ ਤਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਮਦਦ ਲੈ ਕੇ ਕਰੀਏ। ਉਸ ਤੋਂ ਬਾਅਦ ਹੈ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ, ਕਿ ਹੁਣ ਫਿਰ ਇਹ ਜ਼ਰੂਰੀ ਹੈ ਕਿ ਸਾਡੇ ਜਿਹੜੇ ਸਰੋਤ ਹੈ ਉਹ ਲਿਮਿਟਿਡ ਹੈ, ਖਾਸ ਕਰਕੇ ਨਾ ਨਿਵਿਆਉਣਯੋਗ ਜਿਹੜੇ ਸਰੋਤ ਹੈ ਸਾਡੇ, ਚਾਹੇ ਉਹ ਕੋਲਾ ਹੈ, ਪਥਰਾਟ ਬਾਲਣ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ 'ਚ ਪੈਟਰੋਲੀਅਮ ਵੀ ਆ ਜਾਂਦਾ ਹੈ, ਡੀਜ਼ਲ ਆ ਜਾਂਦਾ, ਖਣਿਜ ਹੋ ਗਏ, ਸਾਡੀ ਧਰਤੀ ਹੋ ਗਈ, ਤੇ ਇਹ ਸਾਰੇ ਸੀਮਤ ਸਾਡੇ ਸਰੋਤ ਹੈ। ਤਾਂ ਇਹਨਾਂ ਦੇ ਖਤਮ ਹੋਣ ਦੇ ਕਗਾਰ ਦੇ ਉੱਤੇ ਹੈ। ਹੋਰ 50 ਸਾਲ ਚੱਲ ਜਾਣਗੇ ਜ਼ਿਆਦਾ ਤੋਂ ਜ਼ਿਆਦਾ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਸਰੋਤ ਬਣੇ ਰਹਿਣੇ ਚਾਹੀਦੇ। ਉਹਦੇ ਲਈ ਸਾਨੂੰ ਹੁਣ ਇਹ ਵਕਤ ਆ ਗਿਆ ਕਿ ਅਸੀਂ ਬਦਲਵੇਂ ਸਰੋਤ ਜਿਹੜੇ ਆ ਉਹਨਾਂ ਵਾਲੇ ਪਾਸੇ ਨੂੰ ਜਾਈਏ। ਅਸੀਂ ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਸੂਰਜ ਦੀ ਗਰਮੀ, ਇਹਨਾਂ ਨੂੰ ਅਸੀਂ ਵਰਤੀਏ। ਹੁਣ ਇੱਦਾਂ ਦੀਆਂ ਕਾਰਾਂ ਬਣਾਈਏ ਕਿ ਜਿਹੜੀ ਸੂਰਜ ਦੀ ਇੰਨੀ ਰੋਸ਼ਨੀ ਸਾਡੀ ਵਿਅਰਥ ਜਾ ਰਹੀ ਹੈ, ਊਰਜਾ ਇੰਨੀ ਵਿਅਰਥ ਜਾ ਰਹੀ, ਉਹਨੂੰ ਵਰਤ ਕੇ ਕਾਰਾਂ ਜਿਹੜੀਆਂ ਚੱਲਣ। ਸਾਡੇ ਸੂਰਜੀ ਉਪਕਰਨ ਹੋਣੇ ਚਾਹੀਦੇ ਹੈ, ਸਾਡੀਆਂ ਬੈਟਰੀਆਂ, ਸਾਡੇ ਜਿਹੜੇ ਗੀਜ਼ਰ ਹੈ, ਸਾਡੇ ਖਾਣਾ ਬਣਾਉਣ ਦੇ ਉਪਕਰਨ ਹੈ, ਉਹ ਸੂਰਜ ਦੇ ਰੋਸ਼ਨੀ ਦੇ ਨਾਲ, ਤਾਪ ਦੇ ਨਾਲ ਚੱਲਣ ਅਗਰ, ਤਾਂ ਲੋਕ ਹੈਗੀਆਂ ਇਹ ਚੀਜ਼ਾਂ ਅਵੇਲੇਬਲ ਹੈ, ਪਰ ਲੋਕ ਵਰਤਦੇ ਨਹੀਂ ਹੈ। ਲੋਕਾਂ ਦੇ ਲਈ ਨੂੰ ਸੁਚੇਤ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਲਈ ਤਾਂ ਸਾਡੇ ਜਿਹੜੇ ਬਦਲਵੇਂ ਸਰੋਤ ਹੈ, ਸੋ ਉਹ ਜੰਗਲ ਵੀ ਉਹ 'ਚ ਆਉਂਦੇ ਆ, ਜੈਵ ਪੁੰਜ ਵੀ ਆਉਂਦਾ ਉਹਦੇ ਵਿੱਚ, ਤੇ ਇਹਨਾਂ ਨੂੰ ਸਾਨੂੰ ਵਰਤਣਾ ਔਰ ਇਹਨਾਂ ਨੂੰ ਫਿਰ ਅੱਗੇ ਇਹਨਾਂ ਦਾ ਟਿਕਾਊ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਹ ਸੀਗਾ ਬੱਚੋ ਤੁਹਾਡਾ ਕੁਦਰਤੀ ਸਰੋਤਾਂ ਦਾ, ਤੇ ਇਹਦੇ ਨਾਲ ਹੀ ਤੁਹਾਡਾ ਇਹ ਚੈਪਟਰ ਜਿਹੜਾ ਹੋਇਆ ਖਤਮ। ਤੇ ਇਹ ਸਾਨੂੰ ਹੁਣ ਅਸੀਂ ਪੜ੍ਹ ਲਿਆ ਕਿ ਸਾਡਾ ਸਮਾਜਿਕ ਵਿਕਾਸ, ਸਾਡਾ ਆਰਥਿਕ ਵਿਕਾਸ, ਸਾਡਾ ਵਾਤਾਵਰਨੀ ਵਿਕਾਸ, ਸੋ ਜਿਹੜਾ ਬਹੁਤ ਜ਼ਰੂਰੀ ਹੈ, ਪਰ ਉਹਦੇ ਲਈ ਸਾਨੂੰ ਕੁਝ ਨਿਯਮ ਬਣਾਉਣੇ ਪੈਣਗੇ ਆਪਣੇ, ਔਰ ਚਾਹੇ ਉਹ ਟੈਕਨੋਲੋਜੀ ਦੇ ਲਈ ਹੋਣ, ਚਾਹੇ ਉਹ ਸੂਝ ਪੱਖੋਂ ਹੋਣ, ਉਹਨਾਂ ਦੀ ਵਰਤੋਂ ਕਰਕੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਔਰ ਸਾਡਾ ਸਰਵਾਈਵਲ ਰਹਿ ਸਕਦਾ। ਤਾਂ ਹੁਣ ਕੁਝ ਪ੍ਰਸ਼ਨ ਹੈ ਬੱਚੋ, ਤਾਂ ਦੇਖੋ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ। ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ? ਔਰ ਫਿਰ ਉਸ ਤੋਂ ਬਾਅਦ ਹੈ ਕਿ ਵਿਕਾਸ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ, ਇਹ 1 ਨੰਬਰ ਦੇ ਕੁਐਸਚਨ ਹੈ ਤੁਹਾਡੇ। ਔਰ ਉਸ ਤੋਂ ਬਾਅਦ ਵਾਤਾਵਰਣੀ ਪ੍ਰਬੰਧਨ ਤੋਂ ਤੁਸੀਂ ਕੀ ਭਾਵ ਸਮਝਦੇ ਹੋ? ਸਹਿਣਯੋਗ ਸਮਰੱਥਾ ਤੋਂ, ਕੈਰਿੰਗ ਕੈਪੈਸਿਟੀ ਪੜ੍ਹੀ ਸੀ ਆਪਾਂ। ਵਾਤਾਵਰਣ ਦਾ ਪ੍ਰਬੰਧਨ ਕਿਉਂ ਜ਼ਰੂਰੀ ਹੈ, ਤਾਂ ਤੁਹਾਡੇ ਪੂਰੇ ਚੈਪਟਰ ਦਾ ਨਿਚੋੜ ਹੈ, ਪਰ 1 ਨੰਬਰ ਦਾ ਕੁਐਸਚਨ ਹੈ, ਥੋੜ੍ਹਾ ਜਿਹਾ ਦੱਸਣਾ ਇਹਦੇ ਬਾਰੇ। ਉਸ ਤੋਂ ਬਾਅਦ ਲੰਬੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ ਆ ਉਹਨਾਂ ਦੇ ਵਿੱਚ
ਵਾਤਾਵਰਣ ਅਤੇ ਵਿਕਾਸ ਦੇ ਵਿੱਚ ਕੀ ਸੰਬੰਧ ਹੈ। ਵਿਕਾਸ ਦਾ ਅੱਜ ਦਾ ਮਾਡਲ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ। ਵਿਸਥਾਰ ਦੇ ਨਾਲ ਦੱਸਣਾ ਤੁਸੀਂ। ਧਰਤੀ ਮਾਤਾ ਦੀ ਇੱਜ਼ਤ ਦੇ ਲਈ ਤੁਸੀਂ ਕਿਹੜੇ ਸੁਹਜ ਅਪਣਾਓਗੇ। ਮੋਰਲ ਐਜੂਕੇਸ਼ਨ ਜਿਹੜੀ ਹੈ ਤੁਹਾਡੀ, ਨਿਯਮ ਜਿਹੜੇ ਹੈ। ਉਸ ਤੋਂ ਬਾਅਦ ਵਾਤਾਵਰਣ ਦੇ ਪ੍ਰਬੰਧਨ ਲਈ ਤਕਨੀਕਾਂ ਕਿਵੇਂ ਸਹਾਈ ਹੋ ਸਕਦੀਆਂ। ਟੈਕਨੋਲੋਜੀ ਦਾ ਆਪਾਂ ਪੜ੍ਹਿਆ ਸੀਗਾ। ਵਾਤਾਵਰਣੀ ਪ੍ਰਬੰਧਨ ਦੇ ਸਮਾਜਿਕ ਪਹਿਲੂ ਕੀ ਹਨ ਅਤੇ ਵਿਸਥਾਰਪੂਰਵਕ ਲਿਖਣਾ। ਜੇ ਸਟੂਡੈਂਟਸ ਹੁਣ ਅਸੀਂ ਨਾਜ਼ੁਕ ਸੋਚ ਉਭਾਰਨ ਵਾਲੇ ਕੁਝ ਪ੍ਰਸ਼ਨ ਜਿਹੜੇ ਨਾ ਉਹ ਪੜਾਂਗੇ। ਮਤਲਬ ਇਹਨਾਂ ਦੇ ਉੱਤੇ ਸਾਨੂੰ ਸੋਚਣਾ ਪਏਗਾ ਕਿ ਵੀ ਵਿਕਸਿਤ ਦੇਸ਼ ਜਿਹੜੇ ਆ ਉਹ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਕੀ ਕਰ ਰਹੇ ਆ। ਇਹ ਹੈ ਕਹਿਣ ਦਾ ਮਤਲਬ। ਇਹਦੇ ਵਿੱਚ ਤੁਸੀਂ ਇਹ ਪੜੋਗੇ ਤੇ ਇੱਕ ਤਾਂ ਹੈ ਕਿ ਜਿਹੜੇ ਵਿਕਸਿਤ ਦੇਸ਼ ਹੈ ਉਹ ਆਪਣੀਆਂ ਪੁਰਾਣੀਆਂ ਜਿਹੜੀਆਂ ਟੈਕਨੋਲੋਜੀਜ਼ ਹੈ, ਠੀਕ ਹੈ, ਪੁਰਾਣੀਆਂ ਕਾਰਾਂ ਹੋ ਗਈਆਂ ਜਾਂ ਪੁਰਾਣੀਆਂ ਹੋਰ ਕੋਈ ਟੈਕਨੋਲੋਜੀਜ਼ ਹੈ, ਉਹ ਜਦੋਂ ਮਤਲਬ ਸਿੱਟਣੀਆਂ ਹੈ ਤਾਂ ਉਹਦੇ ਤੋਂ ਵੀ ਪੈਸਾ ਕਮਾਉਣਾ ਚਾਹੁੰਦੇ ਆ ਤੇ ਉਹ ਵਿਕਾਸਸ਼ੀਲ ਦੇਸ਼ ਜਿਹੜੇ ਆ ਉਹਨਾਂ ਨੂੰ ਵੇਚ ਦਿੰਦੇ ਆ। ਹੁਣ ਵਿਕਾਸਸ਼ੀਲ ਦੇਸ਼ਾਂ ਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਫਰੈਸ਼ ਜਿਹੜੀਆਂ ਟੈਕਨੋਲੋਜੀਜ਼ ਹੈ ਉਹਨਾਂ ਨੂੰ ਲੈ ਸਕਣ, ਤਾਂ ਇਸ ਲਈ ਉਹ ਮਜਬੂਰੀ ਦੇ ਵਿੱਚ ਹੀ ਫਿਰ ਇਹਨਾਂ ਨੂੰ ਪੁਰਾਣੀਆਂ ਟੈਕਨੋਲੋਜੀਜ਼ ਜਿਹੜੀਆਂ ਉਹਨਾਂ ਨੂੰ ਲੈ ਲੈਂਦੇ ਆ। ਉਹਨਾਂ ਦੇ ਕੋਲ ਕੋਈ ਕਾਨੂੰਨੀ ਤੌਰ ਦੇ ਉੱਤੇ ਵੀ ਕੋਈ ਸਖਤ ਕਾਨੂੰਨ ਨਹੀਂ ਹੁੰਦੇ ਹੈ ਵਿਕਾਸਸ਼ੀਲ ਦੇਸ਼ਾਂ ਦੇ ਕੋਲ ਕਿ ਉਹ ਇਹਨਾਂ ਚੀਜ਼ਾਂ ਨੂੰ ਨਾ ਲੈਣ, ਠੀਕ ਹੈ। ਇੱਦਾਂ ਦੇ ਕੋਈ ਰੂਲਸ ਵੀ ਨਹੀਂ ਹੈਗੇ। ਤਾਂ ਇਸ ਲਈ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹ ਇਹਨਾਂ ਚੀਜ਼ਾਂ ਨੂੰ, ਕਿਉਂਕਿ ਵਿਕਸਿਤ ਦੇਸ਼ਾਂ ਦਾ ਕਾਨੂੰਨ ਉਹਨਾਂ ਨੂੰ ਮਜਬੂਰ ਕਰਦਾ ਹੈ ਕਿ ਉਹ ਸਾਫ਼ ਸੁਥਰੀਆਂ ਤੇ ਕੁਸ਼ਲ ਤਕਨੀਕਾਂ ਅਪਣਾਉਣ, ਪਰੰਤੂ ਉਦਯੋਗ ਪੁਰਾਣੀਆਂ ਤਕਨੀਕਾਂ ਤੋਂ ਹਾਲੇ ਵੀ ਪੈਸਾ ਕਮਾਉਣਾ ਚਾਹੁੰਦੇ ਹਨ, ਠੀਕ ਹੈ। ਤਾਂ ਉਹ ਉਹਨਾਂ ਨੂੰ ਮਜਬੂਰ ਕਰਦੇ ਆ ਕਿ ਉਹ ਸਾਫ਼ ਸੁਥਰੀਆਂ ਤੇ ਕੁਸ਼ਲ ਤਕਨੀਕਾਂ ਅਪਣਾਉਣ, ਪਰੰਤੂ ਉਦਯੋਗ ਪੁਰਾਣੀਆਂ ਤਕਨੀਕਾਂ ਤੋਂ ਹਾਲੇ ਵੀ ਪੈਸਾ ਕਮਾਉਣਾ ਚਾਹੁੰਦੇ ਹਨ। ਇਸ ਲਈ ਉਹ ਉਹਨਾਂ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਵੇਚ ਦਿੰਦੇ ਆ। ਸਾਡੇ ਦੇਸ਼ ਵਰਗੇ ਹੋਰ ਦੇਸ਼ ਨਾ ਖਰੀਦ ਸਕਣ ਦੀ ਹਾਲਤ ਦੇ ਵਿੱਚ ਇਹਨਾਂ ਨੂੰ ਖਰੀਦ ਲੈਂਦੇ ਹਨ। ਔਰ ਇਸ ਲਈ ਵੀ ਹੁੰਦਾ ਹੈ ਕਿਉਂਕਿ ਉਹਨਾਂ ਦੇ ਕੋਲ ਇੱਥੇ ਸਖਤ ਕਾਨੂੰਨ ਨਹੀਂ ਹਨ। ਹੁਣ ਇੱਕ ਹੋਰ ਉਦਾਹਰਨ ਦੇਖੋ, ਠੀਕ ਹੈ। ਉਹ ਕੀ ਹੈ ਕਿ ਕੁਝ ਉਤਪਾਦ ਇੱਦਾਂ ਦੇ ਹੁੰਦੇ ਆ, ਕੋਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਜਦੋਂ ਕੋਈ ਉਦਯੋਗ ਬਣਾਉਂਦਾ ਤਾਂ ਉਹਦਾ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ ਨਾ। ਹੁਣ ਜਿਹੜਾ ਵਿਕਸਿਤ ਦੇਸ਼ ਹੈ ਉਹ ਕੀ ਕਰੇਗਾ, ਉਹ ਜਾ ਕੇ ਇੱਕ ਵਿਕਾਸਸ਼ੀਲ ਜਿਹੜਾ ਪੂਅਰ ਦੇਸ਼ ਹੈ ਉਹਦੇ ਵਿੱਚ ਆਪਣਾ ਉਦਯੋਗ ਲਗਾ ਦੇਗਾ, ਠੀਕ ਹੈ। ਉਹਨੂੰ ਹਰ ਚੀਜ਼ ਦਾ ਉੱਥੇ ਫਾਇਦਾ ਹੁੰਦਾ, ਲੇਬਰ ਵੀ ਸਸਤੀ ਮਿਲਦੀ ਹੈ, ਠੀਕ ਹੈ, ਔਰ ਹਰ ਚੀਜ਼। ਤੇ ਪੋਲਿਊਸ਼ਨ ਵੀ ਆਪਣੇ ਦੇਸ਼ 'ਚ ਨਹੀਂ ਹੋ ਰਿਹਾ, ਸਾਰੀ ਚੀਜ਼ ਦਾ ਪ੍ਰੋਡਕਸ਼ਨ ਕਰਕੇ ਉਹ ਆਪਣੇ ਦੇਸ਼ 'ਚ ਲੈ ਜਾਂਦਾ, ਉੱਥੋਂ ਦੀ ਫਿਰ ਵੇਚਦਾ ਸਾਰੇ ਦੇਸ਼ਾਂ ਨੂੰ। ਔਰ ਪੋਲਿਊਸ਼ਨ ਜਿਹੜੀ ਉਹ ਦੂਜੇ ਦੇਸ਼ ਦੇ ਵਿੱਚ ਜਿਹੜਾ ਵਿਕਾਸਸ਼ੀਲ ਦੇਸ਼ ਆ ਉੱਥੇ ਹੋ ਰਹੀ ਹੈ। ਇਹਦੇ 'ਚ ਇੱਕ ਉਦਾਹਰਨ ਹੈਗੀ ਹੈ ਐਜੋਡਾਈ ਦੀ, ਠੀਕ ਹੈ। ਐਜੋਡਾਈ ਦਾ ਉਤਪਾਦਨ ਜਿਹੜਾ ਉਹ ਬਹੁਤ ਪੋਲਿਊਸ਼ਨ ਕਰਦਾ ਹੈ, ਤੇ ਇਸ ਲਈ ਉਹ ਜਿਹੜੇ ਵਿਕਸਿਤ ਦੇਸ਼ ਹੈ ਉਹ ਇਹਨਾਂ ਦਾ ਉਤਪਾਦਨ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕਰਦੇ ਹਨ, ਜਿੱਥੇ ਦਾ ਕਾਨੂੰਨ ਇਹਨਾਂ ਨੂੰ ਇਸ ਤਰ੍ਹਾਂ ਦਾ ਕਰਨ ਤੋਂ ਨਹੀਂ ਰੋਕਦਾ। ਮਤਲਬ ਪੋਲਿਊਸ਼ਨ ਦੇ ਵੀ ਕੋਈ ਇੰਨੇ ਜ਼ਿਆਦਾ ਸਖਤ ਰੂਲਸ ਨਹੀਂ ਹੁੰਦੇ, ਇਸ ਲਈ ਪੋਲਿਊਸ਼ਨ ਹੋਈ ਜਾ ਰਹੀ ਹੈ, ਕੋਈ ਗੱਲ ਨਹੀਂ। ਤਾਂ ਫਿਰ ਇਹ ਡਾਈ ਦੀ ਜਿਹੜੀ ਵਰਤੋਂ ਹੈ, ਠੀਕ ਹੈ, ਫਿਰ ਇਹ ਡਾਈ ਦੀ ਸਾਡੀ ਵਰਤੋਂ ਦੇ ਲਈ ਸਾਨੂੰ ਦਰਾਮਦ ਮਤਲਬ ਇੰਪੋਰਟ ਕਰਦੇ ਹਨ। ਮਤਲਬ ਫਿਰ ਉਹ ਉੱਥੇ ਹੀ ਉਤਪਾਦਨ ਕਰਕੇ ਉੱਥੇ ਫਿਰ ਅੱਗੇ ਉਸ ਦੇਸ਼ ਨੂੰ ਵੀ ਜਿਹੜਾ ਉਤਪਾਦਨ ਕਰ ਰਿਹਾ ਉਹਨੂੰ ਵੀ ਉਹਨਾਂ ਤੋਂ ਫਿਰ ਖਰੀਦਣਾ ਪੈਂਦਾ ਉਹ ਚੀਜ਼ ਜਿਹੜੀ ਹੈ। ਹੁਣ ਤੁਸੀਂ ਦੇਖੋ ਚਾਈਨਾ ਦੇ ਵਿੱਚ, ਠੀਕ ਹੈ, ਸੋ ਮੈਕਸੀਮਮ ਜਿੰਨੇ ਵੀ ਮੋਬਾਈਲਸ ਦੀਆਂ ਕੰਪਨੀਜ਼ ਹੈ, ਐਪਲ ਦੀ ਹੈ, ਹੋਰ ਜਿੰਨੇ ਵੀ ਅਮਰੀਕੀ ਕੰਪਨੀਆਂ ਸਭ ਜਿਹੜੀਆਂ ਉੱਥੇ ਚਾਈਨਾ ਦੇ ਵਿੱਚ ਬੈਠੀਆਂ ਹੋਈਆਂ, ਤਾਂ ਉੱਥੇ ਉਹਨਾਂ ਨੂੰ ਲੇਬਰ ਸਸਤੀ ਮਿਲਦੀ ਹੈ, ਮਤਲਬ ਘੱਟ ਖਰਚ ਕਰਕੇ ਚੀਜ਼ ਜਿਹੜੀ ਉਹ ਬਣ ਜਾਂਦੀ ਹੈ। ਅਤੇ ਦੂਸਰਾ ਪੋਲਿਊਸ਼ਨ ਨਹੀਂ ਹੋ ਰਹੀ ਆਪਣੇ ਦੇਸ਼ ਦੇ ਵਿੱਚ। ਔਰ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਐਪਲ ਦੇ ਜਿਹੜੇ ਮੋਬਾਈਲ ਫੋਨਸ ਹੈ ਕਿੰਨੇ ਮਹਿੰਗੇ ਵਿਕਦੇ ਆ, ਠੀਕ ਹੈ। ਫਿਰ ਉਹ ਉੱਥੋਂ ਦੀ ਬਣਵਾ ਕੇ ਫਿਰ ਵੇਚਦੇ ਆ ਪੂਰੇ ਵਿੱਚ। ਅਤੇ ਇਹ ਹੈ ਇਹਨਾਂ ਦਾ ਵਿਕਸਿਤ ਦੇਸ਼ਾਂ ਦਾ ਵਿਕਾਸਸ਼ੀਲ ਦੇਸ਼ਾਂ ਦੇ ਉੱਤੇ ਜਿਹੜਾ ਇਹ ਜ਼ੋਰ ਜ਼ਬਰਦਸਤੀ ਹੁੰਦੀ ਹੈ। ਉਸ ਤੋਂ ਬਾਅਦ ਬੱਚੋ ਤੁਹਾਡੇ ਲਈ ਇੱਕ ਡਿਸਕਸ਼ਨ ਦੇ ਲਈ ਇਸ ਚੈਪਟਰ ਵਿੱਚ ਦਿੱਤਾ ਗਿਆ ਹੈ ਕਿ ਡਿਸਕਸ਼ਨ ਕਰੋ ਆਪਸ ਵਿੱਚ ਕਿ ਵਾਤਾਵਰਣ ਦੇ ਪ੍ਰਬੰਧਨ ਦੇ ਟੀਚਿਆਂ ਦੀ ਪ੍ਰਾਪਤੀ ਦੇ ਲਈ ਸਾਨੂੰ ਆਪਣੀ ਸਮਾਜਿਕ ਸੱਭਿਆਚਾਰਕ ਵਿਭਿੰਨਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇੱਕ ਡਿਸਕਸ਼ਨ ਦਾ ਵਿਸ਼ਾ ਹੈ। ਸੋ ਆਈ ਹੋਪ ਕਿ ਬੱਚੋ ਤੁਹਾਨੂੰ ਚੈਪਟਰ ਜਿਹੜਾ ਸਮਝ ਆ ਗਿਆ। ਆਪਾਂ 4th ਜਿਹੜਾ ਚੈਪਟਰ ਹੈ ਉਹ ਖਤਮ ਕਰ ਲਿਆ। ਤਾਂ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ। ਅਗਲੀ ਵੀਡੀਓ ਦੇ ਵਿੱਚ ਆਪਾਂ 6ਵਾਂ ਲੈਸਨ ਸ਼ੁਰੂ ਕਰਾਂਗੇ। 5ਵਾਂ ਲੈਸਨ ਇਸ ਲਈ ਨਹੀਂ ਸ਼ੁਰੂ ਕਰਾਂਗੇ ਕਿਉਂਕਿ ਸ਼ਾਇਦ ਉਹ ਤੁਹਾਡੇ ਸਿਲੇਬਸ ਵਿੱਚ ਇਸ ਕੋਵਿਡ ਦੇ ਕਾਰਨ ਨਹੀਂ ਹੈ। ਅਗਰ ਹੋਏਗਾ ਤਾਂ ਫਿਰ ਆਪਾਂ ਬਾਅਦ 'ਚ ਕਰ ਲਾਂਗੇ। ਫਿਲਹਾਲ ਆਪਾਂ 6ਵਾਂ ਲੈਸਨ ਜਿਹੜਾ ਉਹ ਸ਼ੁਰੂ ਕਰਾਂਗੇ। ਸੋ ਥੈਂਕ ਯੂ ਸਟੂਡੈਂਟਸ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਲਾਈਕ ਐਂਡ ਸ਼ੇਅਰ ਦਾ ਵੀਡੀਓ। ਔਰ ਕਮੈਂਟਸ ਜਿਹੜੇ ਆ ਬੱਚੇ ਉਹ ਜ਼ਰੂਰ ਤੁਸੀਂ ਲਿਖਿਓ। ਕੋਈ ਵੀ ਤੁਹਾਡੀ ਪ੍ਰੋਬਲਮ ਹੈ ਉਹ ਵੀ ਤੁਸੀਂ ਕਮੈਂਟਸ 'ਚ ਲਿਖ ਸਕਦੇ ਹੋ। ਤੁਹਾਨੂੰ ਵੀਡੀਓ ਅੱਛੀ ਲੱਗੀ ਕਿ ਨਹੀਂ ਲੱਗੀ ਉਹ ਵੀ ਲਿਖਿਓ। ਥੈਂਕ ਯੂ ਸੋ ਮਚ ਅਗੇਨ।